ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੰਗਦ ਦੁਖ ਨਿਕੰਦਨ, ਅਮਰ ਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰ ਅਰਜੁਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੋਭ ਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਓ ਬਹਾਰੀ, ਤੇਗ ਬਹਾਦੁਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਧਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਯਾ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੁਨੋ ਗੁਰ ਅੰਗਦ ਜੀ ਆਗੇ ਪੁਨ ਕਥਾ ਆਬ, बैठे जगतेश को घटी ते दान है। दीनन के दानी बोले बदन देवानी, तब देख मर्दाने जागो चाहत महान है। जुग जुग अटल चबर छतर तख्त के मालक, निमानियों के मान गुरु, नितानियों के तान गुरु, गुरु गरीब निवाज साहिब सतगुरु श्री गुरु ग्रंथ साहिब जी दे
ਪਾਵਨ ਔਰ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਸਜੇ ਹੋਏ ਸ਼ਾਮਾਂ ਵੇਲੇ ਦੇ ਸੰਧਿਆ ਵੇਲੇ ਦੇ ਪਾਵਨ ਔਰ ਪਵਿੱਤਰ ਦੀਵਾਨਾਂ ਦੀਆਂ ਹਾਜ਼ਰੀਆਂ ਭਰਨਾ ਕਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਭਾਗਾਂ ਵਾਲਿਆਂ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਔਰ ਰਹਿਮਤ ਦੇ ਸਦਕਾ ਆਪਾਂ ਸਾਰਿਆਂ ਨੂੰ ਗੁਰੂ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਘਰ ਦੇ ਕੀਰਤਨੀਆਂ ਦੇ ਪਾਸੋਂ ਆਪ ਸਭ ਸੰਗਤਾਂ ਨੇ ਰੱਬੀ ਬਾਣੀ ਦੇ ਇਲਾਹੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਹੈ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੇ ਨਾਲ ਆਪਾਂ ਸਾਰਿਆਂ ਨੇ ਸਾਂਝ ਪਾਉਣੀ ਹੈ। ਪਿਛਲੇ ਦਿਨਾਂ ਤੋਂ ਆਪਾਂ ਨਿਰੰਤਰ ਇਹ ਵਿਚਾਰਾਂ ਇਹ ਇਤਿਹਾਸ ਸਾਂਝਾ ਕਰਦੇ ਆ ਰਹੇ ਹਾਂ ਕਿ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮੱਕੇ ਦੀ ਯਾਤਰਾ ਤੇ ਮਾਲਕ ਜੀ ਗਏ ਨੇ। ਰਸਤੇ ਦੇ ਵਿੱਚ ਪੱਖਰ ਤੇ ਸੱਖਰ ਨਾਮ ਦਾ ਸਥਾਨ ਹੈ। ਉੱਥੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਾਜ਼ੀਆਂ ਦੇ ਨਾਲ ਮਿਲ ਕੇ ਤਿਆਰੀ ਕੀਤੀ ਹੈ। ਕਾਜੀ ਬਹਾਵਦੀਨ ਦੇ ਨਾਲ ਸਤਿਗੁਰੂ ਜੀ ਦੀ ਮੁਲਾਕਾਤ ਹੋਈ ਹੈ। ਸਤਿਗੁਰੂ ਜੀ ਨੇ ਇਹਦੇ ਸਵਾਲਾਂ ਦਾ ਜਵਾਬ ਜਿਹੜਾ ਦਿੱਤਾ ਹੈ ਉਹ ਆਪਾਂ ਪਿਛਲੇ ਦਿਨਾਂ ਵਿੱਚ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜਵਾਬ ਸੁਣ ਕੇ ਨਾ ਇਹਨਾਂ ਦੇ ਮਨ ਵਿੱਚ ਸ਼ੰਕੇ ਪੈਦਾ ਹੋਏ ਵੀ ਨਹੀਂ ਵੀ ਇਹਨਾਂ ਨੂੰ ਇਹ ਤੇ ਕੋਈ ਹਿੰਦੂ ਲੱਗਦੇ ਆ, ਕਿਉਂਕਿ ਸਾਡੇ ਤੇ ਗੱਲ ਕਰ ਰਹੇ ਨੇ। ਇਹ ਤੇ ਇਉਂ ਲੱਗਦਾ ਵੀ ਕੋਈ ਕਿਸੇ ਨੇ ਨਾ ਭੇਖ ਬਣਾ ਕੇ ਸਾਨੂੰ ਨੀਵਾਂ ਦਿਖਾਉਣ ਵਾਸਤੇ ਨਾ ਇਹ ਬੰਦਾ ਭੇਜਿਆ, ਆਪਾਂ ਇਹਨੂੰ ਉੱਥੇ ਨਹੀਂ ਲੈ ਕੇ ਜਾਣਾ। ਐਂ ਕਰਕੇ ਗੱਲ ਕੀਤੀ। ਵਿਚਾਰਾ ਕਰਦੇ ਐ ਵੀ ਜਦੋਂ ਜਹਾਜ਼ ਤੇ ਚੜਿਆ ਜਾਏਗਾ ਤੇ ਉੱਥੇ ਕਲਮਾ ਸੁਣਦੇ ਐ। ਕਲਮਾ ਵੀ ਇਹਨਾਂ ਨੂੰ ਤੇ ਕਲਮਾ ਆਉਂਦੀਆਂ ਨਹੀਂ ਹੋਣੀਆਂ, ਜਾਂ ਇੱਕ ਹਿੰਦੂ ਵਾਸਤੇ ਕਲਮਾ ਪੜ੍ਹਨਾ ਪਾਪ ਹੈ, ਕਲਮਾ ਪੜ੍ਹ ਨਹੀਂ ਸਕਦਾ ਹਿੰਦੂ। ਇੰਨੀ ਗੱਲ ਕਹਿ ਕੇ ਉਹਨਾਂ ਨੇ ਯਾਤਰਾ ਸ਼ੁਰੂ ਕੀਤੀ। ਇੱਥੇ ਦੋ ਵਿਚਾਰ ਹੈ। ਕੁਝ ਇਤਿਹਾਸਕਾਰ ਇਹ ਕਹਿੰਦੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪੈਦਲ ਯਾਤਰਾ ਕੀਤੀ ਹੈ ਇੱਥੋਂ, ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਅੱਗੇ ਵੀ ਪੈਦਲ ਹੀ ਯਾਤਰਾ ਕਰਦੇ ਆ ਰਹੇ ਨੇ। ਇੱਕ ਵਾਰੀ ਆਪਾਂ ਪੜ੍ਹਿਆ ਜਦੋਂ ਸਤਿਗੁਰੂ ਜੀ ਸੰਗਲਾਦੀਪ ਗਏ ਐ, ਰਾਜੇ ਸ਼ਿਵਨਾਭ ਕੋਲ 17 ਦਿਨ ਦਾ ਸਫ਼ਰ ਲੱਗਿਆ। 17 ਦਿਨ ਸਤਿਗੁਰੂ ਜੀ ਕਮਲ ਨੈਣ ਦੇ ਕੋਲ ਗਏ, 3 ਦਿਨ ਸਫ਼ਰ ਕਰਦੇ ਰਹੇ, ਦਿਨ ਰਾਤ ਸਤਿਗੁਰੂ ਜੀ ਤੁਰਦੇ ਰਹੇ। ਇੱਥੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਦੋ ਵਿਚਾਰਾ ਹੈ। ਹੋ ਸਕਦਾ ਹੈ ਸਤਿਗੁਰੂ ਜੀ ਨੇ ਪੈਦਲ ਯਾਤਰਾ ਕੀਤੀ ਹੋਵੇ, ਤੇ ਹੋ ਸਕਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਚੰਗੀ ਤਰ੍ਹਾਂ ਕੁਰਾਨ ਸ਼ਰੀਫ ਤੋਂ ਵਾਕਿਫ ਨੇ, ਅਰਬੀ ਸਤਿਗੁਰੂ ਜੀ ਨੂੰ ਆਉਂਦੀ ਹੈ। ਹੋ ਸਕਦਾ ਹੈ ਸਤਿਗੁਰੂ ਜੀ ਨੇ ਇਹਨਾਂ ਨੂੰ ਕਲਮਾਂ ਸੁਣਾ ਦਿੱਤੀਆਂ ਹੋਣ ਤੇ ਸਤਿਗੁਰੂ ਹਾਜੀਆਂ ਦੇ ਨਾਲ ਹਜ ਯਾਤਰਾ ਤੇ ਅੱਗੇ ਗਏ ਹੋਣ, ਕਿਉਂਕਿ ਸਤਿਗੁਰੂ ਜੀ ਨੇ ਭੇਖ ਹਾਜੀਆਂ ਵਾਲਾ ਜਿਹੜਾ ਹੈ ਉਹ ਬਣਾਇਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਮੱਕੇ ਪਹੁੰਚੇ, ਸ਼ਬਦ ਪੜਿਆ ਭਾਈ ਮਰਦਾਨਾ ਜੀ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਿਫਤ ਕਰਦੇ ਹੋਏ ਪ੍ਰਮਾਤਮਾ ਦੀ ਮੱਕੇ ਪਹੁੰਚ ਗਏ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ, ਭਾਈ ਮਰਦਾਨਾ ਜੀ ਵੇਖ ਸਾਹਮਣੇ ਕਿਹੜਾ ਸਥਾਨ ਹੈ। ਭਾਈ ਮਰਦਾਨਾ ਜੀ ਕਹਿੰਦੇ ਜੀ ਇਹ ਕੀ, ਕਿੱਥੇ ਆ ਗਏ ਆਪਾਂ? ਸਤਿਗੁਰੂ ਜੀ ਕਹਿੰਦੇ ਆਪਾਂ ਕਾਬੇ ਆ ਗਏ ਆ। ਮੱਕੇ ਦੇ ਵਿੱਚ ਕਾਬਾ ਜਿਹੜਾ ਇਹਨਾਂ ਦਾ ਪਵਿੱਤਰ ਸਥਾਨ ਹੈ, ਉੱਥੇ ਪਹੁੰਚ ਗਏ ਆ। ਹੁਣ ਭਾਈ ਮਰਦਾਨਾ ਜੀ ਦੇ ਮਨ ਦੇ ਵਿੱਚ ਹੈ ਵੀ ਮੈਂ ਅੰਦਰ ਕਾਬੇ ਦੇ ਜਾ ਕੇ ਵੇਖਾਂ ਵੀ ਇੱਥੇ, ਕਿਉਂਕਿ ਉਹ ਬਿਲਡਿੰਗ ਹੈ। ਦੱਸਦੇ ਪਹਿਲਾਂ ਸਾਂਝਾ ਕੀਤਾ ਵੀ ਉਹ ਸੰਗੇ ਅਸਵਦ ਇੱਥੇ ਹੈਗਾ, ਰੁਕਨੁਲ ਜ਼ੁਮਾਨ ਇੱਥੇ ਪੱਥਰ ਦੋ ਨੇ। ਵੀ ਭਾਈ ਮਰਦਾਨਾ ਜੀ ਕਹਿੰਦੇ ਨੇ ਵੀ ਹਰੇਕ ਹਾਜੀ ਜਿਹੜਾ ਇੱਥੇ ਹੱਜ ਕਰਨ ਆਉਂਦਾ ਹੈ ਉਹ ਉਸ ਪੱਥਰ ਨੂੰ ਚੁੰਮਦਾ ਹੈ, ਹੱਥ ਲਾਉਂਦਾ। ਰੁਕਨੁਲ ਜ਼ੁਮਾਨ ਨੂੰ ਸੱਜੇ ਹੱਥ ਨਾਲ ਛੂੰਹਦਾ ਹੈ। ਸੰਗੇ ਅਸਵਦ ਜਿਹੜਾ ਪੱਥਰ ਹੈ ਕਾਲੇ ਰੰਗ ਦਾ, ਉਹਨੂੰ ਚੁੰਮਦਾ ਹੈ। ਵੀ ਉੱਥੇ ਜਾਣਾ ਜ਼ਰੂਰੀ ਹੈ, ਵੀ ਜਾਣਾ ਚਾਹੀਦਾ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇੱਕ ਕੰਧ ਦੇ ਕੋਲ ਬੈਠ ਕੇ ਉੱਥੇ ਸਤਿਗੁਰੂ ਜੀ ਨੇ ਸ਼ਬਦ ਗਾਇਆ। ਆਪਾਂ ਕੱਲ ਸਾਰਿਆਂ ਨੇ ਉਹ ਸ਼ਬਦ ਸਾਂਝਾ ਕੀਤਾ ਵੀ 9 7 14 3 4 ਕਲ ਮਹਿਲਤ 4 ਬਹਾਲੀ, ਚਾਰੇ ਦੀਵੇ ਚੌ ਹੱਥ ਦੀਏ ਏਕਾ ਏਕਾ ਵਾਰੀ, ਮਿਹਰਬਾਨ ਮਦਸੂਦਨ ਮਾਧੋ ਐਸੀ ਸਖਤ ਤੁਮਾਰੀ। ਉਹ ਸ਼ਬਦ ਆਪਾਂ ਕੱਲ ਥੋੜਾ ਜਿਹਾ ਸਾਂਝਾ ਕੀਤਾ ਸੀ, ਸ਼ਬਦ ਲੰਮੇਰਾ ਹੈ। ਹੁਣ ਅਗਲਾ ਪ੍ਰਸੰਗ ਆਓ। ਸਤਿਗੁਰੂ ਜੀ ਕਾਬੇ ਪਹੁੰਚ ਚੁੱਕੇ ਹੈ। ਹੁਣ ਅਗਲਾ ਉੱਥੇ ਕੀ ਹੁੰਦਾ ਹੈ, ਕੈਸੀਆਂ ਉਹ ਵਿਚਾਰਾਂ ਨੇ, ਕੈਸਾ ਉਹ ਅਗਲਾ ਕਾਬੇ ਦੀ ਯਾਤਰਾ ਦਾ ਉਹ ਇਤਿਹਾਸ ਹੈ ਗੁਰੂ ਨਾਨਕ ਸਾਹਿਬ ਜੀ ਦਾ। ਸੁਰਤੀਆਂ ਤੇ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਗੱਜ ਵੱਜ ਕੇ ਪ੍ਰਵਾਨ ਕਰੋ। ਕੋਈ ਵੀ ਰਸਨਾ ਮਾਂਝੀ ਨਾ ਰਵੇ। ਸਾਰੇ ਲਵਾਓ ਹਾਜ਼ਰੀ ਤੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
सुनो गुर अंगद जी आगे पुन कथा अब बैठे जगदेश को घटिए थान है। ਕਹਿੰਦੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਕਾਬੇ ਦੇ ਵਿੱਚ ਬੈਠਿਆ ਹੋਇਆ ਕਾਫੀ ਸਮਾਂ ਜਿਹੜਾ ਹੈ ਉੱਥੇ ਬਤੀਤ ਹੋਇਆ। ਸਤਿਗੁਰੂ ਜੀ ਕੰਧ ਦੇ ਲਾਗੇ ਜਿਹੜੇ ਉਹ ਬੈਠੇ ਹੋਏ ਹਨ। दीनन के दानी बोले बदन देवानी तब देख मर्दाने जाको चाहत महान है। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਹੜੇ ਦੀਨ ਦੁਨੀਆ ਦੇ ਮਾਲਕ ਨੇ, ਭਾਈ ਮਰਦਾਨਾ ਜੀ ਨੇ ਕਿਹਾ ਸੀ ਸਤਿਗੁਰੂ ਜੀ ਮੈਨੂੰ ਜਿਹੜਾ ਆ ਨਾ ਉਹ ਮੱਕੇ ਜਾਣ ਦਾ ਮੇਰਾ ਮਨ ਹੈ ਵੀ ਤੁਸੀਂ ਮੈਨੂੰ ਉੱਥੇ ਦੀ ਯਾਤਰਾ ਕਰਾ ਕੇ ਲਿਆਓ। ਆਪਾਂ ਬਾਕੀ ਸਥਾਨਾਂ ਤੇ ਗਏ ਆ, ਉੱਥੇ ਵੀ ਚੱਲੀਏ ਵੀ ਹਿੰਦੂਆਂ ਦੇ ਤੇ ਕਈ ਸਥਾਨਾਂ ਤੇ ਆਪਾਂ ਜਾ ਰਹੇ ਆ, ਜਾਂ ਆ ਰਾਜਿਆਂ ਮਹਾਰਾਜਿਆਂ ਨੂੰ ਮਿਲਾਏ ਆ। ਇਸਲਾਮ ਦਾ ਪ੍ਰਸਿੱਧ ਸਥਾਨ ਹੈ ਮੱਕਾ, ਤੇ ਉੱਥੇ ਸਤਿਗੁਰੂ ਜੀ ਆਪਾਂ ਚੱਲੀਏ ਵੀ ਮੇਰਾ ਮਨ ਹੈ ਵੀ ਉੱਥੇ ਵੀ ਆਪਾਂ ਜਿਹੜਾ ਉਹ ਸਾਰੇ ਦਾ ਸਾਰਾ ਦੇਖ ਕੇ ਆਈਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਆਪਾਂ ਸਮੇਰ ਪਰਬਤ ਤੇ ਜਾਣਾ ਹੈ, ਪਰ ਭਾਈ ਮਰਦਾਨਾ ਜੀ ਕਹਿੰਦੇ ਨਹੀਂ ਸਤਿਗੁਰੂ ਇੱਧਰ ਜਾਂਦੇ ਆ। ਇਹ ਜਿਹੜਾ ਸਥਾਨ ਹੈ ਮੈਂ ਫਿਰ ਬੇਨਤੀ ਕਰਦੇ ਆ, ਇਹ ਸਾਊਦੀ ਅਰਬ ਦੇ ਵਿੱਚ ਹੈ, ਸਾਊਦੀ ਅਰਬੀਆ ਦੇ ਵਿੱਚ, ਤੇ ਸਾਊਦੀ ਅਰਬ ਦੇ ਵਿੱਚ ਇਸਲਾਮ ਦਾ ਇਹ ਕੇਂਦਰੀ ਸਥਾਨ ਹੈ ਕਾਬਾ। ਇੱਥੇ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਜਨਮ ਹੋਇਆ। ਹੋਰ ਵੀ ਬੜੀਆਂ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਜੀਵਨ ਦੇ ਨਾਲ ਇੱਥੇ ਦੀਆਂ ਘਟਨਾਵਾਂ ਨੇ, ਕਿਉਂਕਿ ਸਮਾਂ ਬਹੁਤਾ ਲੱਗ ਜਾਣਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਕਥਾ ਆਪਾਂ ਜਿਹੜੀ ਉਹ ਸਰਵਣ ਕਰਨੀ ਹੈ, ਇਸ ਕਰਕੇ ਦੱਸਦਾ ਕੋਸ਼ਿਸ਼ ਹੁੰਦੀ ਵੀ ਬੇਸਿਕ ਜਾਣਕਾਰੀ ਥੋੜੀ ਜਰਨਲ ਨੌਲੇਜ ਆਪਾਂ ਨੂੰ ਹੋਣੀ ਚਾਹੀਦੀ ਵੀ ਕਾਬਾ ਕੀ ਹੈ, ਗੁਰੂ ਨਾਨਕ ਸਾਹਿਬ ਇੱਥੇ ਕਿਉਂ ਗਏ, ਜਾਂ ਇਹਦਾ ਇਤਿਹਾਸ ਕੀ ਹੈ। ਇਹ ਜ਼ਰੂਰੀ ਦੱਸ ਛੋਟੀਆਂ ਨੁਕਤੇ ਆਪ ਜੀ ਨਾਲ ਦੀ ਨਾਲ ਸਾਂਝੇ ਕਰਦਾ ਆ ਰਿਹਾ। ਸਤਿਗੁਰੂ ਜੀ ਇੱਥੇ ਬੈਠੇ ਐ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਬਿਲਾ ਵੀ ਤੂੰ ਕਹਿੰਦਾ ਸੈ ਵੀ ਮੈਂ ਜਾਣਾ ਕਾਬੇ, ਵੀ ਜਾ ਹੁਣ ਇਉਂ ਕਰ ਵੀ ਆਪਣੀ ਮਨ ਦੀ ਇੱਛਾ ਪੂਰੀ ਕਰਿਆ ਜਾ ਵੇਖਿਆ, ਕਿਉਂਕਿ ਪਹਿਲਾਂ ਕਦੀ ਆ ਹੋਇਆ ਹੀ ਨਹੀਂ ਸੀ ਭਾਈ ਮਰਦਾਨੇ ਦੇ ਕੋਲੋਂ। ਕਾਬਾ ਕੋ ਨੇੜੇ ਥੋੜਾ ਹੈਗਾ, ਸਾਊਦੀ ਅਰਬ ਕੰਟਰੀ ਹੈ। ਉਹਨਾਂ ਦਿਨਾਂ ਦੇ ਵਿੱਚ ਵੀ ਜਿਹੜੀ ਹੁਣ ਪੈਦਲ ਯਾਤਰਾ ਕਰਨੀ ਹੈ ਤੇ ਬੜਾ ਔਖਾ ਹੁੰਦਾ ਸੀ। ਹਰ ਬੰਦਾ ਤੇ ਕਈ ਮਹੀਨਿਆਂ ਦਾ ਸਫ਼ਰ ਤੈਅ ਕਰਨਾ ਹੁੰਦਾ ਸੀ, ਐ ਥੋੜਾ ਵੀ ਹਰ ਬੰਦਾ ਜਾ ਸਕਦਾ ਹੁੰਦਾ ਸੀ। ਘਰ ਪਰਿਵਾਰ ਵਾਲੇ ਬੰਦੇ ਵਾਸਤੇ ਤੇ ਔਖਾ ਹੁੰਦਾ ਸੀ। ਹੁਣ ਤੇ ਭਾਵੇਂ ਹਵਾਈ ਜਹਾਜ਼ ਬਣ ਗਏ ਨੇ, ਸਾਡੇ ਬੰਦਾ ਇੰਡੀਆ ਦੇ ਵਿੱਚੋਂ ਬਹਿੰਦਾ 2-3 ਘੰਟਿਆਂ ਦੇ ਵਿੱਚ ਉੱਥੇ ਪਹੁੰਚ ਜਾਂਦਾ, 3.5-4 ਘੰਟੇ ਲੱਗਦੇ ਆ। ਪਰ ਉਦੋਂ ਨਹੀਂ ਸੀ ਨਾ ਐਵੇਂ ਹੁੰਦਾ, ਉਹਨੂੰ ਤਾਂ ਕਈ ਦਿਨ ਕਈ ਮਹੀਨੇ ਲੱਗ ਜਾਂਦੇ ਹੁੰਦੇ ਸਨ। ਇਸ ਕਰਕੇ ਹੁਣ ਸਤਿਗੁਰੂ ਜੀ ਜਦੋਂ ਪਹੁੰਚੇ ਆ ਤੇ ਭਾਈ ਮਰਦਾਨੇ ਜੀ ਨੂੰ ਕਹਿੰਦੇ ਵੀ ਲੈ ਬਈ ਆਪਾਂ ਪਹੁੰਚ ਗਿਆ ਤੇ ਮਰਦਾਨਿਆਂ ਜਾ ਕੇ ਵੇਖਿਆ ਜਿਹੜਾ ਤੂੰ ਕੁਝ ਚਾਹੁੰਦਾ ਸੀ ਨਾ ਕਾਬੇ ਜਾਣਾ, ਤੇ ਕਾਬੇ ਦੇ ਵਿੱਚ ਤੂੰ ਕਹਿੰਦਾ ਸਮੇਂ ਮੈਂ ਉੱਥੇ ਬਿਲਡਿੰਗ ਨੂੰ ਵੇਖ ਕੇ ਆਉਣਾ ਜਾਂ ਉਹ ਇਮਾਰਤ ਨੂੰ ਵੇਖ ਕੇ ਆਉਣਾ, ਜਿਹੜਾ ਧਾਰਮਿਕ ਸਥਾਨ ਹੈ ਇਸਲਾਮ ਦਾ ਮੈਂ ਉਹਨੂੰ ਵੇਖਣਾ, ਉਹਦੇ ਦਰਸ਼ਨ ਕਰਨੇ। ਸਤਿਗੁਰੂ ਜੀ ਕਹਿੰਦੇ ਵੀ ਜਾ ਆਪਾਂ ਪਹੁੰਚ ਆਏ ਆ ਤੇ ਜਾ ਕੇ ਵੇਖ ਕੇ ਆਉਣਾ ਕਰ। श्री बाबा पुनीत है चारों देश बीत करे कहूँ मैं बरदीद सब तुर्क अजान है। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਕਹਿੰਦਾ ਹੈ, ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਚਾਰੇ ਪਾਸੇ ਇੱਕ ਬੜੀ ਵੱਡੀ ਦੀਵਾਰ ਬਣਾਈ ਹੋਈ ਹੈ, ਤੇ ਉਹ ਚਾਰ ਦੀਵਾਰੀ ਸੀ ਜਿਹੜੀ ਭਾਈ ਮਰਦਾਨਾ ਜੀ ਉਹਨੂੰ ਵੇਖ ਕੇ ਕਹਿੰਦੇ ਵੀ ਸਤਿਗੁਰੂ ਇਹਦੇ ਬਾਰੇ ਵੀ ਨਾ ਜਿਹੜਾ ਉਹ ਮੈਨੂੰ ਦੱਸਣਾ ਕਰੋ ਵੀ ਇਹ ਚਾਰ ਦੀਵਾਰੀ ਕਿਸ ਵਾਸਤੇ ਬਣਾਈ ਹੋਈ ਹੈ। कैसी यह रीत का को पूजे कर प्रीत नर मोको दोया नीत सिफरत बाजवान है। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਨਾਲ ਰਹਿੰਦੇ ਹੋਇਆ ਮੈਨੂੰ ਇੰਨੀ ਕਿਤੇ ਸਮਝ ਆ ਗਈ ਹੈ ਵੀ ਇਹ ਜੋ ਕੁਝ ਕਰ ਰਹੇ ਨੇ ਨਾ, ਮੈਨੂੰ ਇੱਥੇ ਕੁਛ ਨਾ ਕੁਛ ਜਿਹੜਾ ਹੈ ਉਹ ਮਹਿਸੂਸ ਹੁੰਦਾ ਹੈ ਵੀ ਅਸਲ ਦੇ ਵਿੱਚ ਇਹਨਾਂ ਨੇ ਕੇਵਲ ਤੇ ਕੇਵਲ ਇੱਕ ਕਰਮਕਾਂਡ ਬਣਾ ਕੇ ਰੱਖਤਾ ਧਰਮ ਨੂੰ। ਭਾਈ ਮਰਦਾਨਾ ਜੀ ਕਹਿੰਦੇ ਵੀ ਇੱਥੇ ਧਰਮ ਦੀ ਜਗ੍ਹਾ ਤੇ ਨਾ ਮੈਨੂੰ ਇਉਂ ਲੱਗਦਾ ਵੀ ਅਧਰਮ ਹੋ ਰਿਹਾ, ਤੇ ਸਤਿਗੁਰੂ ਜੀ ਕਿਰਪਾ ਕਰਕੇ ਇਸ ਪਾਜ ਨੂੰ ਵੀ ਜਿਹੜਾ ਹੈ ਨਾ ਤੁਸੀਂ ਜਗ ਜ਼ਾਹਰ ਕਰਨਾ ਕਰੋ। देखो मत जाओ जैसो बन्यो है बनाओ जागो बैन सुन चलियो मर्दाना हुलसाए के। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੁਣ ਆਪਾਂ ਆ ਤੇ ਗਏ ਆ, ਭਾਈ ਮਰਦਾਨਾ ਜੀ ਚਿੰਤਾ ਨਾ ਕਰ, ਜੇ ਆਪਾਂ ਆ ਗਏ ਆ ਨਾ ਤੇ ਹੁਣ ਤੈਨੂੰ ਟੈਨਸ਼ਨ ਲੈਣ ਦੀ ਚਿੰਤਾ ਕਰਨ ਦੀ ਲੋੜ ਨਹੀਂ, ਕੁਛ ਨਾ ਕੁਛ ਤੇ ਆਪਾਂ ਕਰਾਂਗੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦਾ ਕਾਰਨ ਕੀ ਹੈ ਭਲਾ? ਮੱਕੇ ਦੀ ਯਾਤਰਾ, ਹੱਜ ਦੀ ਯਾਤਰਾ, ਧਾਰਮਿਕ ਸਥਾਨਾਂ ਦੀ ਯਾਤਰਾ ਗੁਰੂ ਨਾਨਕ ਸਾਹਿਬ ਜੀ ਨੇ ਕਿਉਂ ਕੀਤੀ? ਇਸੇ ਕਰਕੇ ਕੀਤੀ ਕਿ ਧਾਰਮਿਕ ਸਥਾਨਾਂ ਦੇ ਉੱਪਰ ਜਿੱਥੋਂ ਧਰਮ ਦੀ ਗੱਲ ਹੋਣੀ ਸੀ, ਜਿੱਥੋਂ ਸੱਚ ਦੀ ਗੱਲ ਹੋਣੀ ਸੀ, ਉੱਥੇ ਹੀ ਗਲਤ ਕੰਮ ਹੋ ਰਹੇ ਨੇ, ਉੱਥੇ ਹੀ ਰੱਬ ਦੇ ਨਾਮ ਤੇ ਠੱਗੀਆਂ ਵੱਜ ਰਹੀਆਂ ਨੇ। ਤਾਂ ਹੀ ਭਗਤ ਕਬੀਰ ਸਾਹਿਬ ਨੇ ਕਿਹਾ ਨਾ ਬਾਣੀ ਦੇ ਵਿੱਚ, ਗੁਰੂ ਨਾਨਕ ਸਾਹਿਬ ਜੀ ਨੇ ਭਗਤ ਕਬੀਰ ਸਾਹਿਬ ਜੀ ਦੇ ਸਥਾਨ ਤੇ ਜਾ ਕੇ ਉਹਨਾਂ ਦੀ ਬਾਣੀ ਲਿਆਂਦੀ, ਤੇ ਭਗਤ ਕਬੀਰ ਸਾਹਿਬ ਨੇ ਕਿਹਾ ਕਹਿੰਦੇ ਧਾਰਮਿਕ ਸਥਾਨ ਸਨ ਨਾ ਜਿਹੜੇ, ਉਹ ਧਾਰਮਿਕ ਸਥਾਨ ਨਾ ਰਹਿ ਕੇ
ਕਹਿੰਦੇ ਕੇਵਲ ਤੇ ਕੇਵਲ ਇੱਕ ਬਿਜ਼ਨਸ ਦਾ ਘਰ ਬਣ ਕੇ ਕਹਿੰਦੇ ਉੱਥੇ ਬੈਠੇ ਹੋਏ ਨੇ ਨਾ ਜਿਹੜੇ ਧਾਰਮਿਕ ਸਥਾਨਾਂ ਤੇ ਨੇ। ਭਗਤ ਕਬੀਰ ਸਾਹਿਬ ਜੀ ਬਾਣੀ ਚ ਕਹਿੰਦੇ ਨੇ, ਕਹਿੰਦੇ ਉਹ ਕੋਈ ਸਾਧੂ ਨਹੀਂ ਹੈਗੇ। ਭਗਤ ਜੀ ਕਹਿੰਦੇ ਉਹ ਕੋਈ ਸੰਤ ਨਹੀਂ ਹੈਗੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਤੇ ਠੱਗ ਨੇ। ਧਾਰਮਿਕ ਸਥਾਨਾਂ ਦੀ ਗੱਲ ਕੀਤੀ ਭਗਤ ਕਬੀਰ ਸਾਹਿਬ ਨੇ, ਕੀ ਕਿਹਾ ਭਲਾ? ਕਹਿੰਦੇ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਏ। ਕੀ ਕਿਹਾ ਉਹਨਾਂ ਨੂੰ? ਬਨਾਰਸ ਕੇ ਠੱਗ। ਜਿਵੇਂ ਬਨਾਰਸ ਦੇ ਵਿੱਚ ਠੱਗ ਨਹੀਂ ਬੈਠੇ, ਜਿਵੇਂ ਹਰਿਦੁਆਰ ਦੇ ਵਿੱਚ ਬੰਦਾ ਜਾਂਦਾ ਤੇ ਉੱਥੇ ਕਈ ਤਰ੍ਹਾਂ ਦੇ ਉਹਨਾਂ ਨੂੰ ਕਹਿੰਦੇ ਵੀ ਆ ਵੀ ਪਿੱਤਰ ਦਾਨ ਕਰ, ਪਤਲ ਆ ਕਰਿਆ ਕਰ, ਆ ਕਰ, ਕਈ ਤਰ੍ਹਾਂ ਦੀਆਂ ਗੱਲਾਂ ਵੀ ਇੰਨਾ ਦਾਨ ਕਰ, ਆ ਕਰੇਗਾ ਤੇਰੇ ਪਿੱਤਰਾਂ ਤੱਕ ਦਾ ਉਧਾਰ ਹੋ ਜਾਏਗਾ, ਬੜਾ ਕੁਝ ਹੈ। ਹੁਣ ਉੱਥੇ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਇਹ ਗੱਲ ਕਹੀ ਹੋਣੀ ਹੈ ਤੇ ਉਹਦੇ ਵਾਸਤੇ ਵੀ ਤੇ ਹਿੰਮਤ ਹੀ ਚਾਹੀਦੀ ਹੈ। ਹੁਣ ਸਾਨੂੰ ਕੋਈ ਕਹਿ ਦੇ ਵੀ ਤੁਹਾਡੇ ਗੁਰਦੁਆਰਿਆਂ 'ਚ ਭਾਈ ਗਲਤ ਕੰਮ ਹੁੰਦਾ, ਅਸੀਂ ਅਗਲੇ ਨੂੰ ਵੱਢ ਨਾ ਦੇਾਂਗੇ। ਆ ਪਿੱਛੇ ਜੇ ਕਹਿ ਕੇ ਵੇਖਿਆ ਸੀ ਇੱਕ ਜਣੇ ਨੇ, ਭਾਈ ਗੁਰਦੁਆਰੇ ਦੇ ਵਿੱਚ ਤੁਸੀਂ ਬੱਕਰਾ ਕਿਉਂ ਵੱਢਦੇ ਹੋ? ਅਗਲਿਆਂ ਨੇ ਬੰਨ ਕੇ ਉਹਨੂੰ ਐਸੀ ਗਿੱਦੜ ਕੁੱਟ ਕੀਤੀ ਨਾ ਉਹਦੀ, ਸਾਡੇ ਬੰਦਿਆਂ ਨੇ ਉਹਨੂੰ ਬੰਨ ਕੇ ਐਸਾ ਕੁੱਟਿਆ, ਦੁਬਾਰਾ ਵਿਚਾਰਾ ਉਸ ਪਾਸੇ ਨੂੰ ਨਾ ਨਹੀਂ ਕੋਈ ਲੈਂਦਾ ਵੀ ਛੱਡ ਪਰਾਂ ਯਾਰੇ ਤੇ ਬੰਦੇ। ਜੇ ਕੋਈ ਕਹਿੰਦਾ ਹੈ ਵੀ ਤੁਸੀਂ ਗਲਤ ਕਰਦੇ ਜੇ, ਫੜ ਕੇ ਕੁੱਟਦੇ ਆ। ਮੈਂ ਕਹਿੰਦਾ ਵੀ ਹੋ ਸਕਦਾ ਭਗਤ ਕਬੀਰ ਸਾਹਿਬ ਨੇ ਜਦੋਂ ਇਹ ਗੱਲ ਕਹੀ ਹੋਣੀ ਤੇ ਉਦੋਂ ਉਹਨਾਂ ਨੇ ਖਿਲਾਫੀਅਤ ਨਾ ਕੀਤੀ ਹੋਏਗੀ, ਨਾ ਉਹ ਚੜ ਕੇ ਆਏ ਹੋਣਗੇ ਵੀ ਯਾਰ ਤੂੰ ਸਾਨੂੰ ਠੱਗ ਕਹਿਣਾ ਵਾ, ਅਸੀਂ ਧਾਰਮਿਕ ਸਥਾਨਾਂ ਤੇ ਬੈਠੇ ਆ। ਹੁਣ ਇਹ ਬੜੀ ਵੱਡੀ ਗੱਲ ਹੈ ਵੀ ਕਿਸੇ ਦੇ ਧਾਰਮਿਕ ਸਥਾਨ ਨੂੰ ਇੰਨੀ ਵੱਡੀ ਗੱਲ ਕਹਿ ਦੇਣੀ, ਓਏ ਹਰ ਕੇ ਸੰਤ ਨਾ ਆਖੀਆਂ ਬਨਾਰਸ ਕੇ ਠੱਗ, ਐਡੀ ਵੱਡੀ ਗੱਲ ਕਹਿ ਦੇਣੀ। ਇਹਦੇ ਵਾਸਤੇ ਵੀ ਹਿੰਮਤ ਤੇ ਜੁਰਤ ਚਾਹੀਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਮਰਦਾਨਿਆ ਚਿੰਤਾ ਨਾ ਕਰ, ਜੇ ਆਪਾਂ ਆ ਹੀ ਗਏ ਆ ਨਾ ਤੇ ਆਪਾਂ ਇੱਥੇ ਇਹਨਾਂ ਨੂੰ ਸੱਚ ਜਿਹੜਾ ਹੈ ਉਹ ਦੱਸ ਕੇ ਜਾਵਾਂਗੇ। ਗਇਓ ਜਬ ਬਹੁਰ ਦਹਾਂ ਜੈਸ ਬੈਸੇ ਹੈ ਮਜੋਰ ਕਹੈ, ਇਹਾਂ ਕਰ ਕਾਜ ਜੋ ਆਗੇ ਕਰੇ ਜਾਏ ਕੈ। ਭਾਈ ਮਰਦਾਨਾ ਜੀ ਸਤਿਗੁਰੂ ਜੀ ਤੋਂ ਇਜਾਜ਼ਤ ਲੈ ਕੇ ਮਲਕ ਜੀ ਜਾਵਾਂ। ਸਤਿਗੁਰੂ ਜੀ ਕਹਿੰਦੇ ਜਾ ਕਰਿਆ ਉਸ ਕਾਬੇ ਦੀ ਇਮਾਰਤ ਦੇ ਦਰਸ਼ਨ ਕਰਿਆ, ਜਾਂ ਵੇਖ ਕੇ ਆ ਉੱਥੇ ਕੀ ਕੁਝ ਹੈਗਾ। ਭਾਈ ਮਰਦਾਨਾ ਜੀ ਗਏ, ਜਦੋਂ ਅੱਗੇ ਗਏ ਨਾ ਤੇ ਉਸ ਇਮਾਰਤ ਦੇ ਜਿਹੜੀ ਉਹ ਇਹਨਾਂ ਦਾ ਧਾਰਮਿਕ ਸਥਾਨ ਹੈ, ਕੇਂਦਰ ਹੈ ਜਿਹੜਾ ਕਾਬਾ, ਉਹਦੇ ਬਾਹਰਲੇ ਪਾਸੇ ਇੱਕ ਕਾਜੀ ਬੈਠਾ, ਮੌਲਵੀ ਬੈਠਾ, ਧਾਰਮਿਕ ਜਿਹੜਾ ਇਹਨਾਂ ਦਾ ਜਿਹਦੀ ਡਿਊਟੀ ਹੈ ਉਹ ਬੈਠਾ। ਭਾਈ ਮਰਦਾਨਾ ਜੀ ਅੰਦਰ ਜਾਣ ਲੱਗੇ ਤੇ ਰੋਕ ਲਿਆ, ਰੁਕ ਜਾ ਬਈ। ਭਾਈ ਮਰਦਾਨਾ ਜੀ ਕਹਿੰਦੇ ਜੀ ਦੱਸੋ? ਕਹਿੰਦੇ ਵੀ ਕਿੱਥੇ ਚੱਲੇ ਆ? ਅੰਦਰ ਚੱਲੇ ਆ ਜੀ। ਅੰਦਰ ਨਹੀਂ ਜਾਣ ਦੇਣਾ। ਉਹ ਕਹਿੰਦਾ ਅੰਦਰ ਕੀ ਲੈਣ ਚੱਲੇ ਆ? ਭਾਈ ਮਰਦਾਨਾ ਜੀ ਕਹਿੰਦੇ ਜੀ ਅੰਦਰ ਇੰਨੀ ਦੂਰੋਂ ਆਏ ਆ ਅਸੀਂ ਤੇ ਦਰਸ਼ਨ ਕਰਨ। ਕਹਿੰਦਾ ਨਹੀਂ ਅੰਦਰ ਨਹੀਂ ਜਾਣ ਦੇਣਾ, ਜੋ ਕੁਝ ਕਰਨਾ ਤੂੰ ਇੱਥੇ ਕਰ ਲਾ, ਸਮਝਿਓ, ਅੰਦਰ ਨਹੀਂ। ਵੈਸੇ ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਵੀ ਹਰ ਇੱਕ ਨੂੰ ਕਾਬੇ ਦੀ ਇਸ ਪਵਿੱਤਰ ਸਥਾਨ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈਗੀ। ਕਿਤੇ ਕੋਈ ਇਹਨਾਂ ਦਾ ਕੋਈ ਤਿਉਹਾਰ ਹੋਵੇ ਕੋਈ ਸਪੈਸ਼ਲ, ਤੇ ਉਹਦੇ ਜਿਹੜੇ ਕਵਾੜ ਨੇ ਉਹ ਦਰਵਾਜ਼ੇ ਨੇ ਖੋਲੇ ਜਾਂਦੇ ਨੇ, ਤੇ ਉਦੋਂ ਵੀ VIP ਜਾਂ VVIP ਲੋਕ, ਰਾਜੇ ਜਿਹੜੇ ਨੇ, ਇਹਨਾਂ ਦੇ ਸ਼ੇਖ ਨੇ ਜਿਹੜੇ, ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਤੇ ਆਮ ਬੰਦਾ ਅੰਦਰ ਨਹੀਂ ਜਾਂਦਾ। ਇਸ ਕਾਬੇ ਦੀ ਪਵਿੱਤਰ ਜਿਹੜੀ ਇਹਨਾਂ ਦਾ ਸਥਾਨ ਹੈ, ਜਿਹੜੀ ਬਿਲਡਿੰਗ ਕਹਿ ਲਓ, ਜਿਹੜੀ ਇਮਾਰਤ ਹੈ, ਹਰ ਬੰਦਾ ਨਹੀਂ ਅੰਦਰ ਜਾਂਦਾ। ਭਾਈ ਮਰਦਾਨਾ ਜੀ ਨੂੰ ਕਹਿੰਦਾ ਵੀ ਜਿਹੜੇ ਤੂੰ ਜੋ ਕੁਝ ਸਜਦਾ ਕਰਨਾ ਆ, ਕੋਈ ਮੰਗ ਮੰਗਣੀ ਹੈ ਜਾਂ ਕੋਈ ਨਵਾਜ਼ ਪੜਨੀ ਹੈ, ਜੋ ਕੁਝ ਵੀ ਕਰਨਾ ਹੈ ਇੱਥੇ ਖੜ ਕੇ ਕਰ ਲਾ। ਉਹ ਜਿਹੜਾ ਬਾਹਰ ਬੈਠਾ ਕਾਜੀ ਕਹਿੰਦਾ ਮੈਂ ਅੰਦਰ ਨਹੀਂ ਜਾਣ ਦੇਣਾ ਹੈ। ਹਉ ਤੋਹ ਤੁਰਕ ਮੋਕ ਆਗੇ ਕਿਉਂ ਨਾ ਜਾਣਦੇ ਹੋ, ਦਰਸ ਬਰਸ ਹਟ ਆਵੋ ਸੁਖ ਪਾਏ ਕੇ। ਤੇ ਭਾਈ ਮਰਦਾਨਾ ਜੀ ਕਹਿੰਦੇ ਵੀ ਕਮਾਲ ਹੋ ਗਈ ਯਾਰ, ਮੈਂ ਆਪ ਮੁਸਲਮਾਨ ਆ। ਕਹਿੰਦਾ ਕਿਉਂਕਿ ਭਾਈ ਮਰਦਾਨਾ ਜੀ ਜਿਹੜੇ ਨੇ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਭਾਈ ਮਰਦਾਨਾ ਜੀ ਜਿਹੜੇ ਮਿਰਾਸੀ ਨੇ, ਮੁਸਲਮਾਨਾਂ ਦੇ ਵਿੱਚੋਂ ਨੇ। ਕਹਿੰਦਾ ਵੀ ਮੈਂ ਤੇ ਮੁਸਲਮਾਨ ਆ। ਭਾਈ ਮਰਦਾਨਾ ਜੀ ਕਹਿੰਦੇ ਵੀ ਮੈਨੂੰ ਅੰਦਰ ਜਾਣ ਦਿਓ, ਮੈਂ ਇੱਥੇ ਹੱਜ ਕਰਨ ਆਇਆ ਵਾਂ, ਵੀ ਤੁਸੀਂ ਮੈਨੂੰ ਕਿਵੇਂ ਰੋਕ ਸਕਦੇ ਜੇ? ਉਹ ਕਹਿੰਦੇ ਜੋ ਮਰਜ਼ੀ ਹੈ ਤੂੰ, ਭਾਵੇਂ ਕੋਈ ਮੁਸਲਮਾਨ ਹੈ ਤੇ ਭਾਵੇਂ ਕੋਈ ਹੈ, ਅਸੀਂ ਅੰਦਰ ਨਹੀਂ ਜਾਣ ਦੇਣਾ। ਇਹ ਸਾਡਾ ਅਸੂਲ ਹੈ, ਇਹ ਸਾਡੀ ਬਣਾਈ ਹੋਈ ਮਰਿਆਦਾ ਹੈ ਵੀ ਭਾਈ ਅਸੀਂ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੇ। ਇੱਥੋਂ ਖੜ ਕੇ ਤੂੰ ਜੋ ਕੁਝ ਕਰਨਾ ਹੈ ਇੱਥੇ ਖੜ ਕੇ ਜਿਹੜਾ ਉਹ ਕਰ ਸਕਦਾ ਹੈ, ਨਹੀਂ ਤੇ ਵਾਪਸ ਚੱਲ ਜਾ। ਭਾਈ ਮਰਦਾਨਾ ਜੀ ਬੜੇ ਹੈਰਾਨ ਨੇ ਤੇ ਸੋਚਦੇ ਨੇ ਵੀ ਯਾਰ ਇਹ ਕੀ ਗੱਲ ਹੋ ਗਈ, ਵੀ ਮੈਂ ਤੇ ਦਰਸ਼ਨ ਕਰਨ ਆਇਆ, ਇੰਨੀ ਦੂਰੋਂ ਦਾ ਸਫ਼ਰ ਤੈਅ ਕਰਕੇ ਆਇਆ ਤੇ ਇੱਥੇ ਆਣ ਕੇ ਹੁਣ ਵੇਖੋ
ਬੰਦਾ ਦੂਰ ਤੋਂ ਆਇਆ ਹੋਵੇ ਤੇ ਅਗਾਂਹ ਜਾ ਕੇ ਦਰਵਾਜ਼ੇ ਬੰਦ ਹੋਣ ਤੇ ਮਨ ਦੇ ਵਿੱਚ ਤੇ ਆਉਂਦਾ ਹੀ ਹੈ ਨਾ ਵੀ ਯਾਰ ਮੈਂ ਆ ਵੇਖਣ ਆਇਆ ਵਾਂ, ਅੰਦਰ ਕਿਉਂ ਨਹੀਂ, ਅੰਦਰ ਵੇਖਾਂ ਤਾਂ ਅਸੀਂ ਵੀ ਅੰਦਰ ਕੀ ਹੈਗਾ। ਹੁਣ ਭਾਈ ਮਰਦਾਨਾ ਜੀ ਵੀ ਬੜੇ ਹੈਰਾਨ ਹੋ ਕੇ ਸੋਚਦੇ ਪਏ ਨੇ ਵੀ ਆਹ ਤੇ ਕੰਮ ਠੀਕ ਨਹੀਂ ਹੋਇਆ, ਵੀ ਮੈਨੂੰ ਤੇ ਅੰਦਰ ਨਹੀਂ ਜਾਣ ਦੇ ਰਹੇ ਹਨ। ਦੇਖ ਨਿਰਜਾਏ ਨਹੀਂ ਹਮਹੁ ਤੇ ਜਾਏ ਤਹਾਂ, ਆਖੇ ਦੋ ਬਾਂਦੇ ਕਰ ਬੰਦ ਸੀਸ ਨਾ ਕੈ। ਅੱਛਾ, ਅਗਲੀ ਗੱਲ ਇਹ ਹੈ ਵੀ ਕਹਿੰਦਾ ਵੀ ਮੈਂ ਭਾਈ ਮਰਦਾਨਾ ਜੀ ਕਹਿੰਦੇ ਵੀ ਮੈਂ ਤੇ ਭਾਈ ਜਾਣਾ ਹੀ ਜਾਣਾ, ਮੈਂ ਨਹੀਂ ਇੱਥੇ ਜਿਹੜਾ ਆ ਬਾਹਰੋਂ ਮੈਂ ਸਿਜਦਾ ਨਹੀਂ ਕਰਨਾ, ਬਾਹਰੋਂ ਨਹੀਂ ਨਮਸਕਾਰ ਕਰਨੀ, ਮੈਂ ਜਾਣਾ। ਉਹ ਕਹਿੰਦੇ ਫਿਰ ਇੱਕ ਗੱਲ ਸੁਣ ਲਾ, ਜਿਹੜਾ ਕਾਜੀ ਬੈਠਾ ਕਾਬੇ ਦੇ ਬਾਹਰ, ਉਸ ਪਵਿੱਤਰ ਇਮਾਰਤ ਦੇ ਬਾਹਰ ਬੈਠਾ, ਉਹ ਕਹਿੰਦਾ ਵੀ ਇੱਕ ਗੱਲ ਸੁਣ ਲੈ, ਪਹਿਲੀ ਗੱਲ ਤੇ ਅਸੀਂ ਜਾਣ ਨਹੀਂ ਦਿੰਦੇ, ਅਗਲੀ ਗੱਲ ਇਹ ਹੈ ਵੀ ਜੇ ਤੂੰ ਵਾਕਈ ਅੰਦਰ ਜਾਣਾ ਚਾਹੁੰਦਾ ਨਾ ਤੇ ਸਾਡੀ ਹੈਗੀ ਇੱਕ ਪਰੰਪਰਾ ਮਰਿਆਦਾ, ਸਾਡਾ ਇੱਕ ਹੈਗਾ ਅਸੂਲ। ਉਹ ਅਸੂਲ ਕੀ ਹੈ ਵੀ ਤੇਰੀਆਂ ਅਸੀਂ ਅੱਖਾਂ ਬੰਨ੍ਹ ਦਿੰਨੇ ਆ, ਅੱਖਾਂ ਤੇ ਪੱਟੀ ਬੰਨ੍ਹ ਦਿੰਨੇ ਆ, ਤੇ ਨਾਲ ਤੇਰੇ ਹੱਥ ਜਿਹੜੇ ਨੇ ਉਹ ਅਸੀਂ ਬੰਨ੍ਹ ਦੇਣੇ ਆ, ਤੇਰੇ ਹੱਥ ਵੀ ਬੰਨ੍ਹ ਦੇਣੇ ਆ ਤੇ ਅੱਖਾਂ ਤੇ ਪੱਟੀ ਵੀ ਤੇਰੀ ਬੰਨ੍ਹ ਦਿੱਤੀ ਜਾਣੀ ਹੈ। ਤੇ ਆਪਣਾ ਸਿਰ ਝੁਕਾ ਕੇ ਨਾ, ਸਿਰ ਝੁਕਾ ਕੇ ਤੂੰ ਇਸ ਇਮਾਰਤ ਦੇ ਅੰਦਰ ਜਿਹੜਾ ਉਹ ਜਾ ਸਕਦਾ। ਉਦਾਂ ਅਸੀਂ ਤੈਨੂੰ ਜਿਹੜਾ ਅੰਦਰ, ਉਹ ਕਾਜੀ ਭਾਈ ਮਰਦਾਨਾ ਜੀ ਨੂੰ ਕਹਿੰਦਾ ਨਹੀਂ ਜਾਣ ਦੇਣਾ ਹੈ। ਐਸੇ ਸੁਨ ਬਹਿਨ ਮੁਰਜਾਨੂ ਹੱਡੇ ਆਇਓ ਢਿੱਗ, ਗੁਰੂ ਮੁਸਕਾਨੇ ਮਰਦਾਨੇ ਦੇਖਿਓ ਥਨ ਕੋ। ਭਾਈ ਮਰਦਾਨਾ ਜੀ ਕਹਿੰਦੇ ਵੀ ਅੱਖਾਂ ਬੰਨ ਕੇ ਗਏ ਤੇ ਕੀ ਫਾਇਦਾ, ਕੀ ਉੱਥੇ ਹੱਥ ਵੀ ਇਹਨਾਂ ਬੰਨ ਦੇਣੇ ਹਨਾ, ਵੀ ਹੱਥ ਨਾ ਕਿਸੇ ਚੀਜ਼ ਨੂੰ ਲਾ ਸਕੇ ਬੰਦਾ, ਹੱਥ ਵੀ ਬੰਨ ਦੇਣੇ, ਅੱਖਾਂ ਵੀ ਬੰਨ ਦੇਣੀਆਂ ਵੀ ਕੋਈ ਵੇਖ ਨਾ ਸਕੇ। ਤੇ ਭਾਈ ਮਰਦਾਨਾ ਜੀ ਕਹਿੰਦੇ ਵੀ ਅੰਦਰ ਜਦੋਂ ਕੁਝ ਵਿਕਣਾ ਹੀ ਨਹੀਂ, ਕਿਸੇ ਚੀਜ਼ ਨੂੰ ਮੈਂ ਛੂਹ ਨਹੀਂ ਸਕਦਾ, ਤੇ ਫਿਰ ਅੰਦਰ ਜਾਣ ਦਾ ਕੀ ਫਾਇਦਾ। ਕਹਿੰਦਾ ਵੀ ਨਹੀਂ ਭਾਈ ਮੈਂ ਨਹੀਂ, ਇਸ ਤਰ੍ਹਾਂ ਨਹੀਂ, ਮੈਂ ਤੇ ਦੂਰੋਂ ਆਇਆ, ਮੈਂ ਤੇ ਦਰਸ਼ਨ ਕਰਕੇ ਜਾਵਾਂਗਾ। ਉਹ ਕਹਿੰਦੇ ਐ ਕਿਵੇਂ ਕਰਕੇ ਜਾਏਗਾ? ਕਹਿੰਦਾ ਚਿੰਤਾ ਨਾ ਕਰੋ, ਮੈਂ ਕਰਕੇ ਜਾਣੇ ਆ। ਭਾਈ ਮਰਦਾਨਾ ਜੀ ਵਾਪਸ ਆ ਕੇ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਲਕ ਜੀ ਬਿਰਾਜੇ ਹੋਏ ਐ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਣ ਕੇ ਨਾ ਮੁਰਝਾਇਆ ਜਾ ਚਿਹਰਾ ਲੈ ਕੇ, ਕਿਉਂਕਿ ਨਿਰਾਸ਼ ਨੇ, ਜਿਸ ਕਾਰਜ ਵਾਸਤੇ ਆਏ ਸਾਨੂੰ ਕਾਰਜ ਹੋਇਆ ਕੋਈ ਨਹੀਂ, ਅੰਦਰ ਜਾਣ ਹੀ ਨਹੀਂ ਦਿੱਤਾ ਕਾਬੇ ਦੀ ਪਵਿੱਤਰ ਇਮਾਰਤ ਦੇ ਵਿੱਚ। ਮੁਰਝਾਇਆ ਜਾ ਚਿਹਰਾ ਲੈ ਕੇ ਨਾ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੇਖ ਕੇ ਹੱਸ ਪਏ। ਸਤਿਗੁਰੂ ਅੰਤਰਜਾਮੀ ਪੁਰਖ ਵਿਧਾਤੇ, ਸਤਿਗੁਰੂ ਗੁਰੂ ਨਾਨਕ ਸਾਹਿਬ ਆਪ ਰੱਬ ਨੇ, ਆਪ ਪਾਰ ਬ੍ਰਹਮ ਨੇ, ਆਪ ਅਕਾਲ ਪੁਰਖ ਨੇ, ਉਹਨਾਂ ਨੂੰ ਪਤਾ ਹੈ ਸਾਰੀ ਗੱਲ ਦਾ ਵੀ ਭਾਈ ਮਰਦਾਨਾ ਜੀ ਨਾਲ ਹੋਇਆ ਕੀ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹੱਸ ਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਹਨ, ਕਹਿ ਨਹੀਂ ਜਾਣਦੇ ਕੈਸੇ ਦੇਖੋ ਜਾਏ ਤਹਾਂ, ਜਾਏ ਜੇ ਮੁਜੋਰ ਨੈਣ ਬੰਦ ਡੀਠ ਹਨ ਕੋ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਰਦਾਨਿਆ ਘਰ ਆਇਆ ਦਰਸ਼ਨ, ਹੱਸ ਕੇ ਕਹਿੰਦੇ ਮਾਲਕਾ ਕਿੱਥੇ, ਉਹ ਨਹੀਂ ਅੰਦਰ ਜਾਣ ਦਿੰਦੇ, ਉਹ ਕਹਿੰਦੇ ਇੱਥੇ ਖੜ ਕੇ ਨਮਸਕਾਰ ਕਰ ਲਾ, ਤੇ ਜੇ ਅੰਦਰ ਜਾਣਾ ਹੈ ਨਾ ਤੇ ਉਹ ਕਹਿੰਦੇ ਤੇਰੀਆਂ ਅੱਖਾਂ ਤੇ ਹੱਥ ਬੰਨਾਂਗੇ, ਧੌਣ ਤੈਨੂੰ ਆਪਣੀ ਸਿਰ ਤੇਰਾ ਤੈਨੂੰ ਆਪਣਾ ਨੀਵਾਂ ਕਰਕੇ ਜਾਣਾ ਪੈਣਾ। ਸਤਿਗੁਰੂ ਵੀ ਐ ਤੇ ਗੱਲ ਨਹੀਂ ਨਾ ਬਣਨੀ ਵੀ ਅਗਲੇ ਅੱਖਾਂ ਵੀ ਬੰਨ ਦੇਣਗੇ, ਹੱਥ ਵੀ ਬੰਨ ਦੇਣਗੇ, ਤੇ ਸਤਿਗੁਰੂ ਮੈਨੂੰ ਤੇ ਅੰਦਰ ਪਤਾ ਹੀ ਨਹੀਂ ਲੱਗਣਾ ਵੀ ਕੀ ਹੁੰਦਾ ਪਿਆ। ਤੇ ਆਣ ਕੇ ਸਾਰੀ ਦੀ ਸਾਰੀ ਗੱਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਉਹਨੇ ਆਣ ਕੇ ਦੱਸੀ ਵੀ ਮਾਲਕ ਜੀ ਉਹ ਅੰਦਰ ਨਹੀਂ ਜਾਣ ਦੇ ਰਹੇ ਹਨ। ਸੰਗ ਤੁਮ ਆਏ ਬਿਨਾ ਦੇਖੇ ਇਹ ਜਾਵੇਂ ਅਬ, ਰਹੇ ਪਛਤਾਵੋ ਭੇਦ ਹੋਏ ਨਾ ਲਖਾਨ ਕੋ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਨਾਲ ਵੀ ਆਇਆ। ਭਾਈ ਮਰਦਾਨਾ ਜੀ ਕਹਿੰਦੇ ਵੀ ਇੱਥੇ ਤੱਕ ਆ ਗਿਆ, ਕਾਬੇ ਦੇ ਸਾਹਮਣੇ ਅਸੀਂ ਮਾਰਦੇ ਬੈਠੇ ਆ ਪਵਿੱਤਰ ਸਥਾਨ ਦੇ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੀ ਤੁਹਾਡੇ ਨਾਲ ਆਉਣ ਦਾ ਮੈਨੂੰ ਤੇ ਕੋਈ ਨਾ ਫਾਇਦਾ ਹੋਇਆ, ਮੈਨੂੰ ਤੇ ਕੋਈ ਨਾ ਫਾਇਦਾ ਹੋਇਆ, ਕਿਉਂਕਿ ਮੈਨੂੰ ਅੰਦਰ ਹੀ ਨਹੀਂ ਜਾਣ ਦਿੱਤਾ। ਤੇ ਜੇ ਜਾਣ ਦਿੰਦੇ ਆ ਤੇ ਅੱਖਾਂ ਬੰਨ੍ਹਦੇ ਆ। ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਮਾਲਕਾ ਵੀ ਜੇ ਤੁਸੀਂ ਨਾਲ ਹੋ ਤੇ ਤੁਹਾਡੇ ਅੱਗੇ ਤੇ ਕੁਝ ਵੀ ਜਿਹੜਾ ਆ ਉਹ ਰੁਕ ਨਹੀਂ ਸਕਦਾ, ਕੋਈ ਰੁਕਾਵਟ ਨਹੀਂ ਪਾ ਸਕਦਾ। ਹੁਣ ਸਤਿਗੁਰੂ ਜੀ ਵੀ ਹੁਣ ਜੇ ਮੈਨੂੰ ਨਾਲ ਲੈ ਆਂਦਾ ਹੈ ਨਾ ਤੇ ਇੱਕ ਕਿਰਪਾ ਕਰਕੇ ਮੈਨੂੰ ਦਰਸ਼ਨ ਕਰਾ ਦੇ। ਭਾਈ ਮਰਦਾਨਾ ਜੀ ਕਹਿੰਦਾ ਮੈਂ ਅੰਦਰ ਜਾਣਾ ਚਾਹੁੰਦਾ, ਵੀ ਕਿਰਪਾ ਕਰਕੇ ਜਿਹੜਾ ਇਹ ਉਹ ਮੈਨੂੰ ਮੇਰੇ ਤੇ ਬਖਸ਼ਿਸ਼ ਕਰੋ, ਰਹਿਮਤ ਕਰੋ, ਵੀ ਕੋਈ ਐਸਾ ਤਰੀਕਾ ਦੱਸੋ ਜਿਸ ਤਰੀਕੇ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੀ ਮੈਂ ਅੰਦਰ ਜਾ ਕੇ ਸਾਰੇ ਦਾ ਸਾਰਾ ਜਿਹੜਾ ਭੇਦ ਹੈ ਨਾ ਉਹ ਲੈ ਕੇ ਆਵਾਂ, ਤੇ ਮੈਂ ਸਤਿਗੁਰੂ ਤੁਹਾਨੂੰ ਆਣ ਕੇ ਦੱਸਣਾ ਵੀ ਮੈਂ ਅੰਦਰ ਜਾ ਕੇ ਕੀ ਵੇਖਿਆ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਆਣ ਕੇ ਇਹ ਜਦੋਂ ਬੇਨਤੀ ਕੀਤੀ ਭਾਈ ਮਰਦਾਨੇ ਜੀ ਨੇ, ਸਤਿਗੁਰੂ ਜੀ ਮੈਨੂੰ ਅੰਦਰ ਜਾਣ ਦਾ ਕੋਈ ਨਾ ਕੋਈ ਤਰੀਕਾ ਦੱਸੋ। ਫੇਰ ਕਬ ਦੇਖੋ ਜੇ ਨਾ ਅਬ ਦੇਖਿਓ ਜਾਏ ਪ੍ਰਭ, ਮੋਕੋ ਦਿਖਰਾਏ ਬੁਨ ਕੀਜੇ ਪ੍ਰਸਥਾਨ ਕੋ। ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਦੁਬਾਰਾ ਪਤਾ ਨਹੀਂ ਵੇਖਿਆ ਜਾਣਾ ਕਿ ਨਹੀਂ ਵੇਖਿਆ ਜਾਣਾ,
ਹੁਣ ਕਿਰਪਾ ਕਰਕੇ ਮੈਨੂੰ ਇੱਕ ਮੌਕਾ ਮਿਲਿਆ, ਤੁਹਾਡੇ ਨਾਲ ਆਇਆ, ਪਤਾ ਨਹੀਂ ਦੁਬਾਰਾ ਆਉਣਾ ਕਿ ਨਹੀਂ ਆਉਣਾ, ਤੇ ਸਤਿਗੁਰੂ ਕਿਰਪਾ ਕਰਕੇ ਵੀ ਮੈਨੂੰ ਕੋਈ ਤਰੀਕਾ ਦੱਸੋ ਜਿਸ ਤਰੀਕੇ ਦੇ ਨਾਲ ਮੈਂ ਇਸ ਪਵਿੱਤਰ ਇਬਾਰਤ ਦੇ ਅੰਦਰ ਜਾ ਸਕਾਂ। ਦੇਖਨ ਚਾਹ ਵਿਸਾਲੀ ਤੀ ਤੁਜ ਜਾਏ ਬਿਖੋ ਅਬ ਕੇ ਮਰਦਾਨਾ, ਦੇਖ ਸਕੇ ਨਾ ਮੁਜਾਵਰ ਤੋਂ ਕੋ ਅੰਤਰ ਜਾਨ ਸ਼ੰਕ ਸੁਜਾਨਾ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਮਰਦਾਨੇ ਜੇ ਇੰਨੀ ਚਾਹ ਹੈ ਨਾ ਜਾਂ ਇਸ ਵਾਰ ਜਾ, ਹੁਣ ਜਾ, ਤੇ ਹੁਣ ਜਾ ਕੇ ਜੇ ਤੈਨੂੰ ਕੋਈ ਰੋਕੇਗਾ ਨਾ ਉੱਥੇ ਤੇ ਤੂੰ ਐ ਕਰਕੇ ਇਸ਼ਾਰਾ ਕਰਦੀ ਮੇਰੇ ਵੱਲੇ, ਦੂਰ ਬੈਠੇ ਨੇ ਸਤਿਗੁਰੂ ਜੀ, ਤੇ ਐ ਕਰਕੇ ਇਸ਼ਾਰਾ ਕਰਦੀ ਵੀ ਮੈਨੂੰ ਉਹ ਫਲਾਣੇ ਸੈਯਦ ਨੇ ਭੇਜਿਆ, ਮੈਂ ਉਹਦਾ ਸੇਵਕ ਹਾਂ, ਮੈਂ ਉਸ ਪੀਰ ਦਾ ਸੇਵਕ ਹਾਂ, ਮੈਨੂੰ ਉਹਨੇ ਭੇਜਿਆ। ਕਹਿੰਦੇ ਮਜਾਲੇ ਕਿਸੇ ਕੋਈ ਤੈਨੂੰ ਰੋਕ ਜਾਵੇ। ਹੁਣ ਐਵੇਂ ਹੀ ਹੁੰਦਾ ਨਾ, ਆਪਾਂ ਵੇਖਦੇ ਆ ਵੀ ਸਿਫਾਰਿਸ਼ ਚੱਲਦੀ ਹੈ ਸਾਰੇ ਪਾਸੇ ਹੀ ਹੈ, ਜੇ ਤੇ ਬੰਦੇ ਕੋਲ ਪਹੁੰਚ ਹੈਗੀ ਹੈ ਤੇ ਫਿਰ ਕਹਿ ਦਿੰਦਾ ਜੀ ਮੈਂ ਫਲਾਣੇ ਮੰਤਰੀ ਦਾ ਬੰਦਾ, ਅਗਲਾ ਕਹਿੰਦਾ ਜਾ ਵੀ ਐਵੇਂ ਜ਼ਰੂਰ ਮੰਤਰੀ ਨਾਲ ਪੰਗਾ ਲਵਾਂਗੇ, ਜਾ, ਫੋਨ ਕਰਾ ਦਿੰਦੇ ਨੇ, ਗੱਲ ਕਰਾ ਦਿੰਦੇ, ਜਿੱਥੇ ਮਰਜ਼ੀ ਜਾ। ਇਸ ਤਰ੍ਹਾਂ ਹੀ ਹੁੰਦਾ ਨਾ ਵੀ ਆਮ ਸੰਗਤ ਲੈਣਾ ਚ ਲੱਗੀ ਹੈ, ਤੇ ਜੇ ਬੰਦਾ ਦੀ ਮਾੜੀ ਮੋਟੀ ਜਾਣ ਪਛਾਣ ਹੈ ਤੇ ਮਿੰਟ ਲਾਉਂਦੇ ਆ ਲੈਣ ਖਾਲੀ ਕਰਾਉਣ ਲੱਗਿਆ, ਐਵੇਂ ਹੀ ਹੁੰਦਾ ਨਾ। ਕਈ ਵਾਰੀ ਤੇ ਮੈਂ ਵੇਖਿਆ, ਮੈਂ ਪਿੱਛੇ ਜੇ ਵੇਖ ਰਿਹਾ ਸਾਂ ਵੀ ਜਦੋਂ ਕੋਈ ਗੁਰਦੁਆਰੇ ਦੇ ਵਿੱਚ ਦਰਸ਼ਨ ਕਰਨ ਜਾਂਦਾ ਹੈ ਨਾ, ਵੈਸੇ ਹੋਣਾ ਤੇ ਇਹ ਚਾਹੀਦਾ ਵੀ ਉਹ ਦਰਸ਼ਨ ਕਰਨ ਆਇਆ ਹੈ ਤੇ ਉਹ ਇੱਕ, ਬਾਕੀ ਜਿੱਥੇ ਮਰਜੀ ਮੈਂ ਸਨਾਤਨ ਧਰਮ ਦੇ, ਹਿੰਦੂ ਧਰਮ ਦੇ ਮੰਦਰਾਂ ਦੇ ਵਿੱਚ ਵੇਖਦਾ, ਉੱਥੇ VIP ਟਿਕਟ ਮਿਲਦੀ ਹੈ, VVIP ਟਿਕਟ ਮਿਲਦੀ ਹੈ, ਤੇ ਉਹ ਪੈਸੇ ਦੇ ਕੇ, ਟਿਕਟ ਦੇ ਕੇ ਆਪਣੇ ਵਿਸ਼ੇਸ਼ ਤੌਰ ਤੇ ਮੰਦਰਾਂ ਦੇ ਵਿੱਚ ਜਾ ਕੇ ਦਰਸ਼ਨ ਕਰ ਸਕਦੇ ਆ, ਵੱਡੇ ਵੱਡੇ ਮੰਦਰਾਂ ਦੇ ਵਿੱਚ ਜਾ ਕੇ ਦਰਸ਼ਨ ਕਰ ਸਕਦੇ ਆ, ਕਿਉਂਕਿ ਉਹਨਾਂ ਕੋਲ ਟਿਕਟ ਹੁੰਦੀ, ਪੈਸੇ ਦੇ ਕੇ ਸਿੱਧਾ ਬਿਨਾਂ ਰੋਕ ਟੋਕ ਦੇ, ਕਿਉਂਕਿ ਲਾਈਨ 'ਚ ਲੱਗਣਾ VIP ਬੰਦਿਆਂ ਵਾਸਤੇ ਔਖਾ ਹੈ। ਦੁਨੀਆ ਦੇ ਵਿੱਚ ਇੱਕੋ ਇੱਕ ਧਰਮ ਐਸਾ ਹੈ ਜਿਹਨੂੰ ਕਹਿੰਦੇ ਨੇ ਸਿੱਖ ਧਰਮ, ਤੇ ਸਿੱਖ ਧਰਮ ਦੇ ਵਿੱਚ ਹੀ ਬਸ ਇਹ ਕੁਝ ਨਹੀਂ ਹੈਗਾ ਵੀ ਇੱਥੇ ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਰੰਗ ਕੇ ਸਾਰੇ ਬਰਾਬਰ ਨੇ, ਭਾਵੇਂ ਕੋਈ ਅਮੀਰ ਹੈ ਤੇ ਭਾਵੇਂ ਕੋਈ ਗਰੀਬ ਹੈ, ਸਾਰਿਆਂ ਨੂੰ ਲਾਈਨ 'ਚ ਲੱਗਣਾ ਪੈਂਦਾ। ਪਰ ਹੁਣ ਮੈਂ ਦੇਖ ਰਿਹਾ ਕਿਤੇ ਨਾ ਕਿਤੇ ਵੀ ਜਦੋਂ ਸਾਡੇ ਮੰਤਰੀ ਆਉਂਦੇ ਨੇ ਨਾ, ਉਦੋਂ ਜੀ ਕਹਿੰਦੇ ਜੀ ਵੇਖੋ ਹੋਣਾ ਤੇ ਚਾਹੀਦਾ ਸੀ ਵੀ ਭਾਵੇਂ ਰਾਜਾ ਹੈ ਤੇ ਭਾਵੇਂ ਕੋਈ ਵੀ ਉਹ ਲਾਈਨ 'ਚ ਲੱਗਦਾ, ਸਿੱਧੀ ਜੀ ਗੱਲ ਹੈ ਵੀ ਉਸ ਆਮ ਸੰਗਤਾਂ ਦੇ ਵਾਂਗ ਦਰਸ਼ਨ ਕਰਨ ਵਾਸਤੇ ਜਾਂਦਾ, ਪਰ ਹੁੰਦਾ ਨਹੀਂ। ਆ ਪਿੱਛੇ ਜੇ ਮੈਂ ਵੇਖਿਆ, ਮੈਂ ਸਪਸ਼ਟ ਤੌਰ ਤੇ ਕਹਿ ਦੇਵਾਂ ਵੀ ਸਾਡੇ ਦੇਸ਼ ਦੇ ਮੰਤਰੀ ਜਦੋਂ ਦਰਬਾਰ ਸਾਹਿਬ ਗਏ ਨਾ, ਅਗਲਿਆਂ ਨੇ ਸੰਗਤ ਨੂੰ ਹੀ ਰੋਕਤਾ, ਸੰਗਤ ਨੂੰ ਹੀ, ਵੀ ਸੰਗਤ ਰੁਕ ਜਾਏ, ਪਹਿਲਾਂ ਸਾਡਾ ਇਹ ਮੰਤਰੀ, ਤੁਸੀਂ ਗੱਲ ਸਮਝ ਗਏ ਹੋਵੋਗੇ ਜਿਵੇਂ ਕਿਹਦਾ ਨਾਂ ਲੈ ਰਿਹਾ, ਮੰਤਰੀ ਇਹ ਅੰਦਰ ਜਾਏਗਾ, ਮੱਥਾ ਟੇਕੇਗਾ, ਸੰਗਤ ਰੁਕੇਗੀ। ਹੈਰਾਨੀ ਦੀ ਗੱਲ ਹੈ, ਇਹਦਾ ਮੰਤਰ ਇਹੀ ਹੋ ਗਿਆ ਵੀ ਅਹੁਦੇ ਨੂੰ ਅਸੀਂ ਪ੍ਰਧਾਨਤਾ ਦੇਤੀ। ਵੈਸੇ ਗੁਰੂ ਨਾਨਕ ਦੇ ਘਰ ਦੇ ਵਿੱਚ ਐਸਾ ਹੁੰਦਾ ਨਹੀਂ ਸੀ, ਪਰ ਹੁਣ ਸਿਆਸਤ ਦਾ ਪ੍ਰਭਾਵ ਇੰਨਾ ਕਿ ਬਣ ਗਿਆ, ਕਰੀਏ ਕੀ, ਮਜਬੂਰੀ ਹੈ। ਸਿਆਸਤ ਇੰਨੀ ਕਿ ਹੈਵੀ ਹੋ ਗਈ ਹੈ ਕਿ ਸੰਗਤ ਨੂੰ ਪਿੱਛੇ ਕਰਤਾ, ਤੇ ਅਗਲੇ ਕਹਿੰਦੇ ਵੀ ਨਹੀਂ ਵੀ ਇਹ ਬੰਦਾ ਸਪੈਸ਼ਲ ਹੈ, ਇਹ VVIP ਬੰਦਾ, ਤੇ ਇਹਨੂੰ ਸੰਗਤ ਨੂੰ ਰੋਕ ਦਿਓ, ਇਹਨੂੰ ਦਰਸ਼ਨ ਕਰਾਉਣੇ ਜ਼ਰੂਰੀ ਨੇ। ਖੈਰ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਐ ਮੇਰੇ ਵੱਲੇ ਇਸ਼ਾਰਾ ਕਰਦੀ ਤੇ ਤੈਨੂੰ ਕੋਈ ਰੋਕੇਗਾ ਨਹੀਂ। ਇੱਥੇ ਦੋ ਵਿਚਾਰ ਹੈ, ਮੈਂ ਇਹ ਵੀ ਬੇਨਤੀ ਕਰ ਦਿਆਂ। ਇੱਥੇ ਜਿਹੜਾ ਕਵੀ ਨੇ ਲਿਖਿਆ ਹੈ ਨਾ, ਕਵੀ ਇਹ ਕਹਿੰਦਾ ਹੈ ਵੀ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਗਾਇਬ ਹੀ ਕਰਤਾ, ਵੀ ਇਹ ਗੁਰਮਤਿ ਦੀ ਕਸਵੱਟੀ ਤੇ ਗੱਲ ਕੋਈ ਨਹੀਂ ਟੁਕਦੀ। ਮੈਂ ਸਿੱਧੀ ਜੀ ਗੱਲ ਕਰ ਦਿਆਂ, ਗੁਰਮਤਿ ਦੀ ਕਸਵੱਟੀ ਤੇ ਇਹ ਗੱਲ ਗਾਇਬ ਹੋਣਾ, ਹਾਜ਼ਰ ਹੋਣਾ, ਛਪਨ ਹੋਣਾ, ਇਹ ਗੱਲ ਗੁਰਮਤਿ ਦੀ ਕਸਵੱਟੀ ਤੇ ਨਹੀਂ ਜਿਹੜੀ ਟੁਕਦੀ ਪਈ। ਕਿਉਂਕਿ ਜਦੋਂ ਇਹ ਗੱਲਾਂ ਆਪਾਂ ਕਰਾਂਗੇ ਨਾ ਤੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਪੈਦਾ ਜਿਹੜੇ ਹੋ ਜਾਣਗੇ। ਮੈਨੂੰ ਅੱਜ ਹੀ ਇੱਕ ਵੀਰ ਦਾ ਫੋਨ ਆਇਆ, ਬੜੇ ਵਧੀਆ ਤਰੀਕੇ ਨਾਲ ਉਹ ਗੱਲ ਕਰ ਰਿਹਾ ਸੀ, ਸੁਣ ਵੀ ਰਿਹਾ ਹੋਣਾ ਹੁਣ। ਕਹਿੰਦਾ ਜੀ ਗੁਰੂ ਨਾਨਕ ਸਾਹਿਬ ਜੀ ਜਦੋਂ ਮੱਕੇ ਦੀ ਯਾਤਰਾ ਤੇ ਆਏ ਨੇ ਨਾ, ਤੇ ਪੱਖਰ ਤੇ ਸੱਖਰ ਤੋਂ ਸਤਿਗੁਰੂ ਜੀ ਕਹਿੰਦੇ ਵੀ ਸ਼ਬਦ ਪੜਿਆ ਤੇ ਗਾਇਬ ਹੋ ਕੇ ਨਾ, ਗਾਇਬ ਹੋ ਕੇ ਅੱਖਾਂ ਮੀਚ ਕੇ ਤੇ ਕਿਤੇ ਪਲ ਦੇ ਵਿੱਚ ਹੀ ਮੱਕੇ ਪਹੁੰਚ ਗਏ, ਐ ਕਰਕੇ ਪਹੁੰਚ ਗਏ। ਮੈਂ ਕਿਹਾ ਵੀ ਇੱਕ ਪਾਸੇ ਤੇ 17 ਦਿਨਾਂ ਦੀ ਯਾਤਰਾ ਦਾ ਆਪਾਂ ਗੱਲ ਕਰਦੇ ਪਏ ਆ, ਇੱਕ ਪਾਸੇ 3 ਦਿਨ ਰਾਤ ਸਤਿਗੁਰੂ ਤੁਰ ਰਹੇ ਨੇ, 82,000 ਮੀਲ ਦੇ ਸਫ਼ਰ ਦੀ ਗੱਲ ਕਰ ਰਹੇ ਆ। ਫਿਰ ਇੱਥੇ ਸਤਿਗੁਰੂ ਜੀ ਕਿਉਂ ਗਾਇਬ ਹੋ ਕੇ ਪਹੁੰਚ ਗਏ ਬਈ? ਉਹ ਫਿਰ ਉਹ 82,000 ਮੀਲ ਵਾਲਾ ਸਫ਼ਰ ਵਾਲਾ ਕੰਮ ਕਿੱਥੇ ਚੱਲ ਗਿਆ? ਫਿਰ ਤੇ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਦੇਵੀ ਦੇਵਤਿਆਂ ਦੇ ਵਾਂਗ ਪੇਸ਼ ਕੀਤਾ ਹੈ। ਅਗਲਾ ਉਹਨੇ ਗੱਲ ਜਿਹੜੀ ਕੀਤੀ ਨਾ, ਉਹ ਵੀ ਬੜੀ ਪਿਆਰੀ ਕੀਤੀ। ਕਹਿੰਦੇ ਜੀ ਜਦੋਂ ਭਾਈ ਮਰਦਾਨੇ ਜੀ ਨੂੰ ਕੌਡਾ ਰਾਖਸ਼ ਕੜਾਏ ਦੇ ਵਿੱਚ ਪਾਉਣ ਲੱਗਾ, ਤੇ ਕਹਿੰਦੇ ਜੀ ਕੜਾਇਆ ਠੰਡਾ ਹੋ ਗਿਆ।
ਉਹ ਸੱਜਣ ਕਹਿੰਦਾ ਹੈ ਵੀ ਕੜਾਇਆ ਠੰਡਾ ਹੋ ਗਿਆ, ਵੀ ਕੜਾਏ ਦੇ ਵਿੱਚ ਭਾਈ ਮਰਦਾਨਾ ਜੀ ਸੜੇ ਨਹੀਂ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਕਰਾਮਾਤ ਹੈ। ਮੈਂ ਕਿਹਾ ਵੀ ਸੱਜਣਾ, ਜੇ ਇੱਥੇ ਗੱਲ ਕਰਾਂਗੇ ਨਾ ਵੀ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਭਾਈ ਮਰਦਾਨੇ ਜੀ ਨੂੰ ਕੜਾਏ 'ਚ ਪਾਉਣ ਲੱਗੇ ਤੇ ਕੜਾਇਆ ਠੰਡਾ ਹੋ ਗਿਆ, ਫਿਰ ਸਾਨੂੰ ਜਵਾਬ ਦੇਣਾ ਪੈਣਾ ਹੈ ਵੀ ਨੌਵੇਂ ਜਾਮੇ ਦੇ ਵਿੱਚ ਜਿਸ ਵੇਲੇ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਬਿਠਾਇਆ ਗਿਆ ਤਾਂ ਦੇਗ ਠੰਡੀ ਕਿਉਂ ਨਹੀਂ ਹੋਈ, ਉੱਥੇ ਉਬਲ ਗਿਆ। ਇੱਥੇ ਵੀ ਭਾਈ ਮਰਦਾਨਾ ਜੀ ਸੇਵਕ ਨੇ, ਸਾਥੀ ਨੇ, ਤੇ ਇੱਥੇ ਵੀ ਭਾਈ ਦਿਆਲਾ ਜੀ ਸੇਵਕ ਤੇ ਸਾਥੀ ਨੇ, ਸਿੱਖ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ। ਸਵਾਲ ਹੈ, ਜੇ ਪਹਿਲੇ ਜਾਮੇ ਦੇ ਵਿੱਚ ਕੜਾਇਆ ਠੰਡਾ ਕਰਤਾ ਤੇ ਨੌਵੇਂ ਜਾਮੇ ਦੇ ਵਿੱਚ ਕਿਉਂ ਨਹੀਂ ਦੇਗ ਠੰਡੀ ਕੀਤੀ? ਸਵਾਲ ਹੈ। ਫਿਰ ਸਾਨੂੰ ਸਵਾਲ ਦਾ ਜਵਾਬ, ਸਾਡੇ ਕੋਲ ਜਵਾਬ ਹੋਣਾ ਹੀ ਨਹੀਂ, ਕੀ ਕਰਾਂਗੇ? ਮੈਂ ਕਈ ਵਾਰੀ ਇਹ ਬੇਨਤੀਆਂ ਕਰਦਾ ਆ ਰਿਹਾ ਵੀ ਗੁਰੂ ਸਾਹਿਬਾਨਾਂ ਨੂੰ ਦੇਵੀ ਦੇਵਤਿਆਂ ਦੇ ਵਾਂਗ ਸਾਡੇ ਇਤਿਹਾਸਕਾਰਾਂ ਨੇ ਪੇਸ਼ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਤੇ ਆਪ ਸਾਨੂੰ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਸਿਖਾਉਂਦੇ ਐ। ਆਪ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਗੱਲ ਕਰਦੇ ਆ ਗੁਰੂ ਨਾਨਕ ਸਾਹਿਬ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਦੀ ਗੱਲ ਕਰਦੇ ਐ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ, ਮੈਂ ਮੰਨਦਾ ਆ ਮਾਲਕ ਆਪ ਰੱਬ ਨੇ, ਆਪ ਅਕਾਲ ਪੁਰਖ ਨੇ, ਪਰ ਆਪ ਅਕਾਲ ਪੁਰਖ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਸਾਨੂੰ ਮਰਿਆਦਾ ਸਿਖਾਉਣ ਆਇਆ, ਨਾ ਕਿ ਮਰਿਆਦਾ ਤੋੜਨ ਵਾਸਤੇ ਆਇਆ। ਉਹ ਸਾਨੂੰ ਜੀਵਨ ਜਿਉਣਾ ਸਿਖਾਉਣ ਆਇਆ। ਆਪ ਸਰੀਰਕ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਆਏ, ਉਹਨਾਂ ਨੇ ਸਾਨੂੰ ਜੀਵਨ ਜਿਉਂ ਕੇ ਸਿਖਾਇਆ ਵੀ ਐ ਵੀ ਹੋ ਸਕਦਾ ਹੈ, ਵੀ ਐ ਵੀ ਜੀਵਨ ਜੀਆ ਜਾ ਸਕਦਾ ਹੈ, ਵੀ ਜੀਵਨ ਦੇ ਵਿੱਚ ਗੁਣ ਹੋਣ ਤੇ ਜੀਵਨ ਵਧੀਆ ਹੈ। ਤੇ ਜੇ ਕਰਾਮਾਤਾਂ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵਿਖਾਉਣੀਆਂ ਸਨ, ਫਿਰ ਕੀ ਲੋੜ ਸੀ 82,000 ਕਿਲੋਮੀਟਰ ਦਾ? ਸੁਲਤਾਨਪੁਰ ਤੋਂ ਅੱਖਾਂ ਮੀਚਦੇ ਤੇ ਕਾਬੇ ਪਹੁੰਚ ਜਾਂਦੇ, ਸੁਲਤਾਨਪੁਰ ਤੋਂ ਅੱਖਾਂ ਮੀਚਦੇ ਤੇ ਸਤਿਗੁਰੂ ਜੀ, ਫਿਰ ਤੇ ਲੋੜ ਹੀ ਨਹੀਂ ਸੀ। ਇੰਨੇ ਸਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਘਰੋਂ ਬਾਹਰ ਰਹੇ, ਫਿਰ ਉਹ ਕਿੱਥੇ ਕਰੋਗੇ, ਕੀ ਕਰੋਗੇ? ਉਹ ਸਾਲਾਂ ਨੂੰ ਕਿੱਥੇ ਪਾਓਗੇ? ਵੀ ਜਿਹੜੇ ਕਈ ਸਾਲ ਸਤਿਗੁਰੂ ਜੀ ਘਰੋਂ ਬਾਹਰ ਰਹੇ, ਕਈ ਸਾਲ, 8-8 ਸਾਲ ਦੀ ਉਦਾਸੀ ਹੈ ਗੁਰੂ ਨਾਨਕ ਸਾਹਿਬ ਦੀ, 8-8 ਸਾਲ ਦੀ। ਫਿਰ ਉਹ ਉਦਾਸੀਆਂ ਨੂੰ ਕਿੱਥੇ, ਕਿਹੜੇ ਇਤਿਹਾਸ ਦੇ ਵਿੱਚ ਕਿਹੜੇ ਖਾਨੇ ਪਾਓਗੇ? ਕਹਿਣ ਤੋਂ ਭਾਵੇਂ ਹੈ ਵੀ ਐ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਨਾਮ ਦੇ ਨਾਲ ਨਾ ਆਪਾਂ ਕਰਾਮਾਤਾਂ ਨਾ ਜੋੜੀਏ। ਕਰਾਮਾਤ ਇਹਨੂੰ ਨਹੀਂ ਕਹਿੰਦੇ ਵੀ ਸਤਿਗੁਰੂ ਛਪਨ ਹੋ ਗਏ, ਇਸ ਤੋਂ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ ਹੈ? ਇੱਕ ਕੌਡਾ ਸੀ ਜਿਹੜਾ ਬੰਦਿਆਂ ਨੂੰ ਤਲ ਕੇ ਖਾਂਦਾ ਸੀ, ਉਹ ਹੁਣ ਸਿੱਖ ਬਣ ਗਿਆ, ਇਹ ਕਰਾਮਾਤ ਨਹੀਂ? ਇਹਨੂੰ ਕਹਿੰਦੇ ਨੇ ਕਰਾਮਾਤ। ਉਹਦਾ ਜੀਵਨ ਹੀ ਬਦਲਤਾ ਸਤਿਗੁਰੂ ਜੀ ਨੇ। ਆ ਸੁਣਿਓ ਹੁਣ ਬਚਨ ਬੜਾ ਪਿਆਰਾ ਹੈ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਡੇ ਵੱਲੇ ਸਾਡਾ ਨਾਂ ਲੈ ਦੀ, ਹੁਣ ਤੈਨੂੰ ਕੋਈ ਵੀ ਰੋਕੇਗਾ ਨਹੀਂ। ਜਾ ਕੇ ਕਬਰ ਉਹਦੇ, ਜਾ ਕੇ ਮੱਕੇ ਦੇ ਕਾਬੇ ਦੇ ਵਿੱਚ ਜਾ ਕੇ ਜਿਹੜੇ ਜੋ ਤੂੰ ਦਰਸ਼ਨ ਕਰਨੇ ਚਾਹੁੰਦਾ ਉਹ ਕਰਕੇ ਆਓ। ਆਏ ਸਿਧਾਰ ਲਈ ਸਿਰ ਪੈ ਸੁਨ ਬੈਨ ਵਡੋ ਨਾ ਮੈਂ ਹਰ ਖਾਨਾ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਨੂੰ ਮੰਨ ਕੇ ਭਾਈ ਮਰਦਾਨਾ ਜੀ ਜਿਹੜੇ ਨੇ ਉਹ ਉਸ ਕਾਬੇ ਦੀ ਇਮਾਰਤ ਦੇ ਵੱਲ ਸਤਿਗੁਰੂ ਗੁਰੂ ਭਾਈ ਮਰਦਾਨਾ ਜੀ ਜਿਹੜੇ ਨੇ ਉਹ ਜਾਣ ਲੱਗੇ ਹਨ। ਅੰਦਰ ਦਾਏ ਪ੍ਰਵੇਸ਼ ਕਰਾ ਸਭ ਅੰਧ ਬਏ ਨੇ ਗਾਹੂ ਲਖਾਨਾ। ਹੁਣ ਜਦੋਂ ਉਹ ਕਾਜੀ ਨੇ ਹੋ ਸਕਦਾ ਰੋਕਿਆ ਵੀ ਹੋਵੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਵੱਲੇ ਜਦੋਂ ਉਹਨੇ ਇਸ਼ਾਰਾ ਕੀਤਾ ਹੋਣਾ, ਤੇ ਇਹੋ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਲਿਵਾਜ਼ ਐਸਾ ਹੈ, ਪ੍ਰਭਾਵ ਐਸਾ, ਉਹ ਪ੍ਰਭਾਵ ਤੋਂ ਹੀ ਇੰਨਾ ਕਿ ਪ੍ਰਭਾਵਿਤ ਹੋਇਆ ਉਹ ਜਿਹੜਾ ਕਾਜੀ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕੇ ਤੇ ਉਹਨੇ ਅੰਦਰ ਸਤਿਗੁਰੂ ਜੀ ਨੇ ਕਿਹਾ, ਮਾਲਕ ਜੀ ਨੇ ਨਜ਼ਰੇ ਰਹਿਮਤ ਸੇ ਜਿਧਰ ਗੁਰੂ नानक ने इशारा कर दिया, जर्रे को सूरज किया कतरे को दरिया कर दिया। जिधर मालिक ने बख्शिश रहमत दा अपना हाथ कृपा कटाख्या अवलोकन कीनो दास का दुख बिदारियो। सतगुरु जी ने मत समझ बदल दी ओदी। भाई मरदाना जी गए ते भाई मरदाना जी ने सारे दा सारा वेख्या ते सारे दा सारा वेख के ना भाई मरदाना जी जेडे ने उत्थे अंदर गए ते सतगुरु गुरु नानक साहब सच्चे पातशाह जी दे कोल जेडे ने ओ वापस आए ते सतगुरु गुरु नानक साहब जी नूं जेडे ने ओ अंदर दर्शन करके जेडे बड़े खुश होए हन। अंदर जाए के देखत क्या एक पाहन मूरत पूर धरी। भाई मरदाना जी अंदर गए ते अंदर जाके की वेखदे ने भी एक पत्थर दी मूर्ति, पत्थर जिहड़ा दास ने बेनती की संगे असवद उत्थे पिया, वो बड़ा बड़ा पत्थर है, काले रंग का पत्थर है। ते भाई मरदाना जी ने अंदर जाके वेख्या है। दूषण हो निगसा दवगी डिग आयो दबे जे बैठे हरी। कहंदे भी भाई मरदाना जी जेडे ने चुप करके बाहर आ गए ते उत्थे सतगुरु गुरु नानक साहब जी दे कोल आण के भाई मरदाना जी बह गए जिथे सतगुरु गुरु नानक साहब जी बिराजे हन। पूजित बेमन को जो मनोरथ पूरन कीने अबे की बरी। हुण सतगुरु गुरु नानक साहब जी कहंदे मरदानिया तेरे मन दा मनोरथ पूरा हो गया, वेख है अंदर
ਕਾਬੇ ਦੇ ਅੰਦਰ ਜਾ ਕੇ ਵੇਖ ਆਏ ਆ, ਸਭ ਕੁਝ ਕਰ ਆਏ ਆ ਦਰਸ਼ਨ। ਹੁਣ ਤੇ ਕਿਸੇ ਪ੍ਰਕਾਰ ਦੀ ਕੋਈ ਗੱਲ ਜਿਹੜੀ ਉਹ ਨਹੀਂ ਰਹੀ ਹੈ। ਐਸੇ ਬਿਲੋਕਨ ਕੀ ਨਿਗਾਹੋਂ ਮਰਦਾਨ ਦਬੇ ਗੁਰ ਸੋ ਉਚਰੀ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ, ਜਦੋਂ ਕਹਿੰਦੇ ਵੀ ਕੀ ਵੇਖ ਕੇ ਆਇਆ, ਦੱਸਦੇ ਸਹੀ। ਕਹਿੰਦਾ ਸਤਿਗੁਰੂ ਕੀ ਦੱਸਾਂ ਤੁਹਾਨੂੰ, ਮੈਨੂੰ ਤੇ ਸਮਝ ਨਹੀਂ ਆਉਂਦੀ ਵੀ। ਭਾਈ ਮਰਦਾਨਾ ਜੀ ਕਹਿੰਦੇ ਮੈਨੂੰ ਤਾਂ ਸਮਝ ਨਹੀਂ, ਮੈਂ ਤੁਹਾਨੂੰ ਕੀ ਦੱਸਾਂ ਵੀ ਅੰਦਰ ਕੋਈ ਵੇਖਣ ਵਾਲੀ ਚੀਜ਼ ਤੇ ਆਈ ਨਹੀਂ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਦੱਸਣ ਲੱਗੇ ਹਨ। ਕਛੂ ਨੇ ਦਹਾਂ ਇੱਕ ਬਾਹਨ ਲਹਾ ਵੱਡ ਜਾਗੋ ਜੋ ਪ੍ਰਸੰਗ ਮੋਗੋ ਭਾਖ ਕੇ ਸੁਣਾਈਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੀ ਮੈਨੂੰ ਤੇ ਉੱਥੇ ਕੁਝ ਬਹੁਤਾ ਕੁਝ ਤੇ ਨਜ਼ਰ ਨਹੀਂ ਆਇਆ, ਪਰ ਮੈਂ ਵੇਖਿਆ ਵੀ ਉੱਥੇ ਇੱਕ ਪੱਥਰ ਹੈ, ਉੱਥੇ ਇੱਕ ਪੱਥਰ ਹੈ ਤੇ ਸਤਿਗੁਰੂ ਜੀ ਉਹ ਪੱਥਰ ਜਿਹੜਾ ਹੈ ਬੜਾ ਵੱਡਾ ਹੈ ਤੇ ਮੈਂ ਉਹਨੂੰ ਵੇਖ ਕੇ ਆਇਆ। ਸਤਿਗੁਰੂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਲੋਕ ਉਹਨੂੰ ਮੈਂ ਵੇਖਿਆ ਵੀ ਇਹਨੂੰ ਚੁੰਮਦੇ ਆ, ਉਸ ਪੱਥਰ ਨੂੰ ਜਿਹੜਾ ਸੰਗੇ ਅਸਵਦ ਹੈ, ਤੇ ਸਤਿਗੁਰੂ ਜੀ ਉਹਦੇ ਬਾਰੇ ਮੈਨੂੰ ਦੱਸਣਾ ਕਰੋ। ਭਾਈ ਮਰਦਾਨਾ ਜੀ ਕਹਿੰਦੇ ਵੀ ਇਹਦਾ ਕੀ ਭੇਦ ਹੈ। ਭਇਓ ਕੈਸੇ ਥਾਨ ਜਾਗੀ ਮਾਨਤਾ ਮਹਾਨ ਨਹੀਂ ਦੇਖ ਦੁਦਾ ਰਸ ਕਿਉਂ ਹੈ ਨੈਣ ਮੂੰਦ ਜਾਈਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਹਦੀ ਮਹਾਨਤਾ ਬਾਰੇ ਮੈਨੂੰ ਦੱਸੋ ਵੀ ਲੋਕ ਇੱਥੇ ਪੱਟੀ ਬੰਨ ਦਿੰਦੇ ਆ, ਅੱਖਾਂ ਬੰਦ ਕਰਕੇ ਅੰਦਰ ਜਾਣ ਦਿੰਦੇ ਆ, ਵੀ ਇਹਨੂੰ ਅੰਦਰ ਕਿਉਂ ਨਹੀਂ ਜਾਣ ਦਿੰਦੇ? ਮੈਨੂੰ ਸਾਰੀ ਦੀ ਸਾਰੀ ਗੱਲ ਦੱਸੋ, ਮੈਨੂੰ ਸਮਝ ਨਹੀਂ ਆਈ ਵੀ ਅੰਦਰ ਇੱਕ ਪੱਥਰ ਪਿਆ ਤੇ ਪੱਥਰ ਦੇ ਕਰਕੇ ਇੰਨੀ ਮਹਾਨਤਾ ਇਸ ਸਥਾਨ ਦੀ। ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਪੁੱਛ ਰਹੇ ਹਨ। ਤੁਰਕ ਕਹਿਤ ਬੁੱਧ ਪ੍ਰਸਤੀ ਨਾ ਕੀਜੇ ਕਬ ਜਾਗੋ ਅੱਖ ਬੇਗਬ ਪੇਖਦ ਹੈ ਸਭ ਸਿਰ ਨਾਈਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਹੜੇ ਤੁਰਕ ਨੇ ਨਾ, ਤੁਰਕ ਮਾਲਕ ਜੀ, ਉਹਨਾਂ ਦੇ ਧਰਮ ਦੇ ਵਿੱਚ ਜਿਹੜੀ ਹੈ ਬੁੱਤ ਪ੍ਰਸਤੀ ਹੈ ਨਾ, ਬੁੱਤ ਪ੍ਰਸਤੀ ਇੱਕ ਪਾਪ ਮੰਨਿਆ ਜਾਂਦਾ, ਉਹ ਬੁੱਤ ਪੂਜਾ ਨਹੀਂ ਕਰਦੇ। ਪਰ ਸਤਿਗੁਰੂ ਇੱਥੇ ਤੇ ਇੱਕ ਪੱਥਰ ਹੈ ਤੇ ਪੱਥਰ ਦੀ ਉਹ ਪੂਜਾ ਕਰਦੇ ਪਏ ਨੇ, ਮੱਥਾ ਟੇਕਦੇ ਪਏ ਨੇ, ਉਹਨੂੰ ਚੁੰਮਦੇ ਵੀ ਪਏ ਨੇ। ਸਤਿਗੁਰੂ ਜੀ ਇਹ ਨਹੀਂ ਮੈਨੂੰ ਸਮਝ ਆਈ ਵੀ ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ। ਇੱਕ ਪਾਸੇ ਤੇ ਪ੍ਰਚਾਰ ਕੀਤਾ ਜਾ ਰਿਹਾ ਵੀ ਇਹ ਪਾਪ ਹੈ, ਪਾਪ ਹੈ ਬੁੱਤ ਪ੍ਰਸਤੀ, ਪਰ ਇੱਥੇ ਪੱਥਰ ਰੱਖ ਕੇ ਬੈਠੇ ਨੇ ਔਰ ਉਹ ਵੀ ਕੇਂਦਰੀ ਸਥਾਨ ਹੈ ਇਹਨਾਂ ਦਾ ਵੱਡਾ। ਤੇ ਸਤਿਗੁਰੂ ਜੀ ਇਹਦੇ ਬਾਰੇ ਜਿਹੜਾ ਉਹ ਮੈਨੂੰ ਦੱਸਣਾ ਕਰੋ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹੁਣ ਇਹਦੇ ਬਾਰੇ ਦੱਸਣਗੇ ਵੀ ਇਹਦੇ ਬਾਰੇ ਕੀ ਹੈ। ਤੇ ਅੱਜ ਦਾਸ ਬੇਨਤੀ ਕਰ ਦੇਵੇ ਵੀ ਇੱਕ ਬੜਾ ਜਿਹੜਾ ਆ ਸਿੱਖ ਇਤਿਹਾਸ ਦੇ ਵਿੱਚ ਬੜਾ ਕੀਮਤੀ ਦਿਹਾੜਾ ਹੈ। ਅੱਜ ਦੇ ਦਿਨ ਸਿੱਖ ਕੌਮ ਦੇ ਮਹਾਨ ਜਰਨੈਲ, ਜਿਨ੍ਹਾਂ ਨੂੰ ਦੁਨੀਆ ਦੇ ਮਹਾਨ ਜਰਨੈਲ ਹੋਣ ਦਾ ਜਿਹੜਾ ਹੈ ਉਹ ਖਿਤਾਬ ਪ੍ਰਾਪਤ, ਦੁਨੀਆ ਦਾ ਮਹਾਨ ਜਰਨੈਲ ਹੋਣ ਦਾ ਖਿਤਾਬ ਪ੍ਰਾਪਤ ਹੋਇਆ ਹੈ। ਮੇਰਾ ਕਹਿਣ ਤੋਂ ਭਾਵ ਸਰਦਾਰ ਹਰੀ ਸਿੰਘ ਜੀ ਨਲਵਾ। ਸਰਦਾਰ ਹਰੀ ਸਿੰਘ ਜੀ ਨਲਵਾ ਜਿਹੜੇ ਨੇ ਨਾ, ਉਹਨਾਂ ਦਾ ਸਿੱਖ ਰਾਜ ਦੇ ਵਿਸਥਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਕਹਿਣ ਨੂੰ ਤੇ ਸਰਦਾਰ ਹਰੀ ਸਿੰਘ ਜੀ ਨਲਵੇ ਦੇ ਬਾਰੇ ਬਹੁਤ ਕੁਝ ਹੈ, ਬਹੁਤ ਕੁਝ ਹੈ। ਛੋਟੇ ਹੁੰਦਿਆਂ ਪਰਿਵਾਰ ਦੇ ਵਿੱਚ ਚੰਗੀ ਪਰਵਰਿਸ਼ ਹੋਈ। ਪਿਤਾ ਜੀ ਜਿਹੜੇ ਨੇ ਛੋਟੀ ਉਮਰਿਆਂ ਹੀ ਜਿਹੜੇ ਨੇ ਉਹ ਚੜ੍ਹਾਈ ਕਰ ਗਏ। ਮਾਂ ਨੇ ਬੜੇ ਚਾਵਾਂ ਦੇ ਨਾਲ ਪਾਲਿਆ। ਮਹਾਰਾਜਾ ਰਣਜੀਤ ਸਿੰਘ ਹਰੇਕ ਸਾਲ ਇੱਕ ਇਉਂ ਕਹਿ ਲਓ ਵੀ ਇਕੱਠ ਕਰਦੇ ਹੁੰਦੇ ਸਨ ਤੇ ਉੱਥੇ ਖੇਡਾਂ ਕਰਾਉਂਦੇ ਹੁੰਦੇ ਸਨ। ਜਿਹੜੇ ਨੌਜਵਾਨ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਹੁੰਦੇ ਸਨ ਤੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਆਪਣੀ ਫੌਜ ਦੇ ਵਿੱਚ ਭਰਤੀ ਕਰ ਲੈਂਦੇ ਹੁੰਦੇ ਸਨ, ਆਪ ਕਰਾਉਂਦੇ ਹੁੰਦੇ ਸਨ ਉਹ ਸਾਰੇ ਦੇ ਸਾਰੀਆਂ ਖੇਡਾਂ। ਇਸ ਸਾਲ ਦੀਆਂ ਖੇਡਾਂ ਦੇ ਵਿੱਚ 15 ਕੁ ਸਾਲ ਦਾ ਨੌਜਵਾਨ ਹਰੀ ਸਿੰਘ ਉਹ ਵੀ ਗਿਆ। ਮੈਂ ਸੰਖੇਪ ਦੇ ਵਿੱਚ ਬੇਨਤੀ ਕਰਨੀ ਹੈ, ਹਰੀ ਸਿੰਘ ਜਦੋਂ ਉਹਨਾਂ ਖੇਡਾਂ ਦੇ ਵਿੱਚ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਿਹੜੇ ਸ਼ਾਹੀ ਪਹਿਲਵਾਨ ਸਨ, ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਪਹਿਲਵਾਨ ਝੰਡੀ ਲੈ ਕੇ ਫਿਰਦੇ ਆ ਵੀ ਕਿਸੇ 'ਚ ਹੈ ਹਿੰਮਤ, ਕਿਸੇ 'ਚ ਹੈ ਹਿੰਮਤ ਜਿਹੜਾ ਇਹਨਾਂ ਸ਼ਾਹੀ ਪਹਿਲਵਾਨਾਂ ਦੇ ਨਾਲ ਲੜਾਈ ਕਰ ਸਕੇ, ਘੁਲ ਸਕੇ। ਹੁਣ ਛੇਤੀ ਕਿਤੇ ਸ਼ਾਹੀ ਪਹਿਲਵਾਨ ਜਿਹੜੇ ਨੇ ਬਦਾਮ ਖਾਣ ਵਾਲੇ ਨੇ, ਕਰੀਮਾਂ ਖਾਣ ਵਾਲੇ ਨੇ, ਤਾਕਤ ਦੇ ਨਾਲ ਪੂਰੇ ਦੇ ਪੂਰੇ ਹੱਟੇ ਕੱਟੇ ਆ। 15 ਸਾਲ 16 ਸਾਲ ਦਾ ਨੌਜਵਾਨ ਜਿਹੜਾ ਹੈ ਉਹਨੇ ਆਪਣੇ ਪੱਟ ਤੇ ਹੱਥ ਮਾਰਿਆ, ਕਹਿੰਦਾ ਜੀ ਮੈਂ ਲੜਾਂਗਾ। ਸਾਰੇ ਦੇ ਸਾਰੇ ਹੈਰਾਨ ਵੀ ਇਹ 15 16 ਸਾਲਾਂ ਦਾ ਨੌਜਵਾਨ ਇਹ ਕਹਿੰਦਾ ਜੀ ਸ਼ਾਹੀ ਪਹਿਲਵਾਨਾਂ ਦੇ ਨਾਲ ਮੈਂ ਲੜਾਂਗਾ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ। ਮਹਾਰਾਜਾ ਕਹਿੰਦਾ ਵੀ ਨੌਜਵਾਨਾਂ ਸੋਚ ਲੈ, ਇਹ ਸਾਡੇ ਸ਼ਾਹੀ ਪਹਿਲਵਾਨ ਨੇ, ਰਾਜ ਦੇ ਪਹਿਲਵਾਨ ਨੇ। ਉਹ ਕਹਿੰਦਾ ਜੀ ਕੋਈ ਗੱਲ ਨਹੀਂ। ਸਰਦਾਰ ਹਰੀ ਸਿੰਘ ਨਲੂਆ ਮੈਦਾਨ ਦੇ ਵਿੱਚ ਆਇਆ। ਪਹਿਲੇ ਝਟਕੇ ਦੇ ਵਿੱਚ ਸ਼ਾਹੀ ਪਹਿਲਵਾਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਹਿਲਵਾਨ ਨੂੰ ਚਿੱਤ ਕਰਤਾ, ਪਿੱਠ ਲਾਤੀ। ਮਹਾਰਾਜਾ ਰਣਜੀਤ ਸਿੰਘ ਬੜਾ ਖੁਸ਼ ਹੋਇਆ ਵੀ ਵਾਕਈ ਨੌਜਵਾਨ ਜਿਹੜਾ ਨਾ ਹੈ ਇਹਦੇ 'ਚ ਕੁਛ।
ਮਹਾਰਾਜਾ ਰਣਜੀਤ ਸਿੰਘ ਨੇ ਦੂਜੇ ਪਹਿਲਵਾਨ ਨੂੰ ਕਿਹਾ ਵੀ ਜਾ। ਦੂਜਾ ਆਇਆ, ਦੂਜੇ ਦੀ ਵੀ ਪਿੱਠ ਲਾਤੀ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਵੀ ਨਹੀਂ, ਮੈਂ ਤੇਰੀ ਤਾਕਤ ਵੇਖਣੀ ਹੈ। ਸਰਦਾਰ ਹਰੀ ਸਿੰਘ ਕਹਿੰਦਾ ਹੈ, ਉਹ 15-16 ਸਾਲ ਦਾ ਜਿਹੜਾ ਨੌਜਵਾਨ ਹੈ, ਕਹਿੰਦਾ ਜੇ ਤਾਕਤ ਵੇਖਣੀ ਹੈ ਨਾ ਮਹਾਰਾਜਾ ਰਣਜੀਤ ਸਿੰਘ, ਫਿਰ ਐ ਕਰ, ਇੱਕ ਨਹੀਂ ਦੋ ਭੇਜ। ਦੋਵਾਂ ਦੀਆਂ ਪਿੱਠਾਂ ਲਾਤੀਆਂ, ਕਹਿੰਦਾ ਇੱਕ ਨਹੀਂ ਦੋ ਭੇਜ। ਮਹਾਰਾਜਾ ਰਣਜੀਤ ਸਿੰਘ ਨੇ ਦੋ ਭੇਜੇ ਤੇ ਸਰਦਾਰ ਹਰੀ ਸਿੰਘ ਨਲੂਏ ਨੇ ਦੋਨਾਂ ਦੀਆਂ ਪਿੱਠਾਂ ਲਾਤੀਆਂ, ਉਹਨਾਂ ਨੂੰ ਵੀ ਚਿੱਤ ਕਰਤਾ। ਮਹਾਰਾਜਾ ਰਣਜੀਤ ਸਿੰਘ ਨੇ ਦੋਵਾਂ ਨੂੰ ਹੋਰ ਇਸ਼ਾਰਾ ਕੀਤਾ। ਹੁਣ ਹਰੀ ਸਿੰਘ ਕਹਿੰਦਾ, ਨਲੂਆ ਕਹਿੰਦਾ, 3 ਭੇਜੋ। 3 ਜਣੇ ਆਏ, ਸਰਦਾਰ ਹਰੀ ਸਿੰਘ ਨਲੂਏ ਨੇ ਤਿੰਨਾਂ ਦੀਆਂ ਹੀ ਪਿੱਠਾਂ ਲਾਤੀਆਂ। ਮਹਾਰਾਜਾ ਰਣਜੀਤ ਸਿੰਘ ਕਹਿੰਦਾ 3 ਹੋਰ ਜਾਓ। 3 ਹੋਰ ਗਏ, ਜਾਣ ਲੱਗੇ ਤੇ ਸਰਦਾਰ ਹਰੀ ਸਿੰਘ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਨੂੰ ਇਸ਼ਾਰਾ ਕਰਕੇ ਕਹਿੰਦਾ ਹੁਣ 4 ਭੇਜ ਦੇ। ਇਹ ਮੈਂ ਕੋਈ ਕਹਾਣੀ ਨਹੀਂ ਸੁਣਾ ਰਿਹਾ, ਇਹ ਸੱਚਾਈ ਹੈ। 4 ਭੇਜੇ। ਸਰਦਾਰ ਹਰੀ ਸਿੰਘ ਨਲੂਏ ਨੇ 4 ਦੀਆਂ ਪਿੱਠਾਂ ਲਾਤੀਆਂ। ਮਹਾਰਾਜਾ ਰਣਜੀਤ ਸਿੰਘ ਆਸ਼ਾ ਕਰ ਉੱਠਿਆ, ਖੁਸ਼ ਹੋ ਗਿਆ। ਆਪਣੇ ਗਲੇ 'ਚੋਂ ਹਾਰ ਲਾ ਕੇ ਨਾ, ਜਦੋਂ ਮਹਾਰਾਜੇ ਖੁਸ਼ ਹੁੰਦੇ ਸਨ ਤੇ ਕੀਮਤੀ ਮੋਤੀਆਂ ਦੀ ਮਾਲਾ ਭੇਟਾ ਦਿੰਦੇ ਹੁੰਦੇ ਸਨ, ਖੁਸ਼ੀ ਹਾਰ ਲਾ ਕੇ ਦੇਣ ਲੱਗਿਆ। ਸਰਦਾਰ ਹਰੀ ਸਿੰਘ ਨਲੂਆ ਕਹਿੰਦਾ ਮਹਾਰਾਜਾ ਜੀ ਇੱਕ ਵਾਰੀ ਰੁਕ ਜਾਓ, ਉਹ ਹੁਣ ਤੇ ਮੇਰਾ ਖੂਨ ਹੀ ਗਰਮ ਹੋਇਆ ਜੇ ਮਸਾ, ਹੁਣ ਭੇਜੋ। ਮਹਾਰਾਜਾ ਰਣਜੀਤ ਸਿੰਘ ਕਹਿੰਦਾ 4 ਭੇਜਾਂ? ਕਹਿੰਦਾ 4 ਨਹੀਂ ਜੀ, 5 ਭੇਜੋ। 5 ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਹੀ ਪਹਿਲਵਾਨ ਜਦੋਂ ਸਰਦਾਰ ਹਰੀ ਸਿੰਘ ਨਲੂਏ ਦੇ ਸਾਹਮਣੇ ਗਏ ਨਾ, ਤੇ ਸਰਦਾਰ ਹਰੀ ਸਿੰਘ ਨਲੂਏ ਨੇ ਦੋਵਾਂ ਨੂੰ ਫੜਿਆ ਗਲਮੇ ਤੋਂ, ਤੇ ਗਲਵੇ ਤੋਂ ਫੜ ਕੇ ਰੱਖ ਲਿਆ ਗੋਡਿਆਂ ਦੇ ਥੱਲੇ, ਤੇ ਦੋਵਾਂ ਦੇ ਗਲਮੇ ਫੜ ਕੇ ਐਸੀ ਜਿਹੜਾ ਸਰਦਾਰ ਹਰੀ ਸਿੰਘ ਨਲੂਏ ਨੇ ਬੜਕ ਮਾਰੀ। ਇੱਕ ਸਾਹਮਣੇ ਬਈ ਖੜਾ ਸੀ ਨਾ, ਜਿਹੜੀ ਉਹਦੀ ਹਿੰਮਤ ਨਹੀਂ ਹੋਈ ਵੀ ਸਰਦਾਰ ਹਰੀ ਸਿੰਘ ਨਲੂਏ ਦੇ ਸਾਹਮਣੇ ਜਾ ਕੇ ਘੁਲ ਸਕੇ, ਉਹ ਖੜਾ ਹੀ ਉੱਥੇ ਡਿੱਗ ਪਿਆ। ਮਹਾਰਾਜਾ ਰਣਜੀਤ ਸਿੰਘ ਆਸ਼ਾ ਕਰ ਉੱਠਿਆ, ਕੀਮਤੀ ਗਲ ਦੇ ਵਿੱਚ ਮਾਲਾ ਪਾਈ ਸਰਦਾਰ ਹਰੀ ਸਿੰਘ ਨੂੰ। ਉਸੇ ਵੇਲੇ ਹੀ ਇੱਕ ਸ਼ੇਰ ਗਿੱਲ ਨਾਮ ਦੀ ਇਹਨਾਂ ਦੀ ਰੇਜਮੈਂਟ ਸੀ, ਉਹਦਾ ਸਰਦਾਰ ਉਸੇ ਵੇਲੇ ਹੀ ਆਪਣੀ ਫੌਜ ਦੇ ਵਿੱਚ ਕਹਿੰਦੇ ਜੀ ਤੂੰ ਸਾਡੀ ਫੌਜ ਦਾ, ਇਸ ਰੇਜਮੈਂਟ ਦਾ ਜਿਹੜਾ ਤੂੰ ਸਰਦਾਰ ਆ। ਸਰਦਾਰ ਹਰੀ ਸਿੰਘ ਨਲੂਆ ਸਿੱਖ ਫੌਜ ਦੇ ਵਿੱਚ ਭਰਤੀ ਹੋਇਆ। ਇੰਨਾ ਕਿ ਨੇੜੇ ਹੋ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਹਿਣ ਲੱਗ ਪਿਆ, ਅੰਗ ਰੱਖਿਅਕ ਬਣ ਗਿਆ, ਉਹਦਾ ਗਨਮੈਨ ਬਣ ਗਿਆ ਕਹਿ ਲੋ ਨਾਲ। ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਜੀ ਸ਼ਿਕਾਰ ਖੇਡਣ ਗਏ, ਤੇ ਸ਼ਿਕਾਰ ਖੇਡਦਿਆਂ ਕਿਧਰੇ ਸਾਹਮਣੇ ਸ਼ੇਰ ਆ ਗਿਆ। ਸ਼ੇਰ ਨੇ ਮਹਾਰਾਜਾ ਰਣਜੀਤ ਸਿੰਘ ਤੇ ਹਮਲਾ ਕਰਨਾ ਤੇ ਸਰਦਾਰ ਹਰੀ ਸਿੰਘ ਨੇ ਸ਼ੇਰ ਤੇ ਹਮਲਾ ਕਰਨ ਤੋਂ ਪਹਿਲਾਂ ਉਹਦੇ ਸਾਹਮਣੇ ਚਲ ਗਿਆ। ਸ਼ੇਰ ਨੇ ਅਜੇ ਕਿਰਪਾਨ ਕੱਢਣ ਦਾ ਵੀ ਮੌਕਾ ਨਹੀਂ, ਕਿਉਂਕਿ ਛੇਤੀ ਮਹਾਰਾਜਾ ਰਣਜੀਤ ਸਿੰਘ ਪਹੁੰਚੇ, ਕਿਰਪਾਨ ਕੱਢਣ ਦਾ ਵੀ ਮੌਕਾ ਨਹੀਂ ਦਿੱਤਾ। ਸ਼ੇਰ ਨੇ ਜਦੋਂ ਹਮਲਾ ਕੀਤਾ ਨਾ, ਸਰਦਾਰ ਹਰੀ ਸਿੰਘ ਤੇ ਹਮਲਾ ਕੀਤਾ, ਕਹਿੰਦੇ ਐਸਾ ਇੱਕ ਕਸੁੰਨ ਉਸ ਸ਼ੇਰ ਦੇ ਜਿਹੜੇ ਨੇ ਚਬਾੜੇ ਨੇ ਗਰਦਨ ਦੇ ਕੋਲ ਇੱਥੇ ਮਾਰਿਆ। ਮਹਾਰਾਜਾ ਸਰਦਾਰ ਹਰੀ ਸਿੰਘ ਨਲੂਏ ਦੇ ਇੱਕ ਕਸੁੰਨ ਦੇ ਨਾਲ ਹੀ ਉਹ ਸ਼ੇਰ ਜਿਹੜਾ ਉੱਥੇ ਹੀ ਡਿੱਗ ਪਿਆ। ਕਸੁੰਨ ਮਾਰਿਆ ਹਰੀ ਸਿੰਘ ਨੇ। ਮਹਾਰਾਜਾ ਰਣਜੀਤ ਸਿੰਘ ਨੇ ਘੁੱਟ ਕੇ ਗਲ ਦੇ ਨਾਲ ਲਾਇਆ। ਹਰੀ ਸਿੰਘ ਜੇ ਤੂੰ ਨਾ ਹੁੰਦਾ ਤੇ ਅੱਜ ਪਤਾ ਨਹੀਂ ਕੀ ਹੋ ਜਾਣਾ ਸੀ, ਪਤਾ ਨਹੀਂ ਕੈਸਾ ਨਰਥ ਹੋ ਜਾਣਾ ਸੀ, ਸ਼ੇਰ ਨੇ ਮੇਰੇ ਤੇ ਹਮਲਾ ਕਰ ਦੇਣਾ ਸੀ। ਪਤਾ ਮਹਾਰਾਜਾ ਕੀ ਕਹਿੰਦਾ? ਕਹਿੰਦੇ ਵੀ ਅੱਜ ਤੋਂ ਬਾਅਦ ਤੂੰ ਕੱਲਾ ਹਰੀ ਸਿੰਘ ਨਹੀਂ, ਤੂੰ ਅੱਜ ਤੋਂ ਬਾਅਦ ਤੂੰ ਹਰੀ ਸਿੰਘ ਨਲੂਆ ਏ। ਕਿਉਂਕਿ ਮਹਾਰਾਜਾ ਨਲ ਨੇ, ਮਹਾਭਾਰਤ ਦੇ ਵਿੱਚ ਇੱਕ ਕਹਾਣੀ ਆਉਂਦੀ ਵੀ ਮਹਾਰਾਜਾ ਨਲ ਨੇ ਇਹਨਾਂ ਜਿਹੜਾ ਸ਼ੇਰ ਦਾ ਸ਼ਿਕਾਰ ਕੀਤਾ ਸੀ, ਸ਼ੇਰ ਮਾਰਿਆ ਸੀ। ਨਲੂਏ ਦਾ ਖਿਤਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰੀ ਸਿੰਘ ਨਲੂਏ ਨੂੰ ਦਿੱਤਾ। ਬੜਾ ਲੰਮਾ ਇਤਿਹਾਸ ਹੈ, ਬਹੁਤ ਸਾਰੀਆਂ ਜੰਗਾਂ, ਬਹੁਤ ਸਾਰੀਆਂ ਲੜਾਈਆਂ ਸਰਦਾਰ ਹਰੀ ਸਿੰਘ ਜੀ ਨਲੂਏ ਨੇ ਲੜੀਆਂ ਤੇ ਜਿੱਤੀਆਂ। ਮੈਂ ਆਖਰ ਦੇ ਵਿੱਚ, ਕਿਉਂਕਿ ਉਹਨਾਂ ਦਾ ਅੱਜ ਜਿਹੜਾ ਹੈ ਆਪਾਂ ਇਉਂ ਕਹਿ ਲੋ ਵੀ ਉਹ ਜਿਸ ਟਾਈਮ ਤੇ ਧਰਮ ਦੀ ਖਾਤਰ ਕਹਿ ਲੋ, ਸੱਚ ਦੀ ਖਾਤਰ ਕਹਿ ਲੋ, ਦੇਸ਼ ਦੀ ਖਾਤਰ ਕਹਿ ਲੋ, ਪੰਥ ਦੀ ਖਾਤਰ ਕਹਿ ਲੋ, ਲੜਦੇ ਹੋਏ ਯੋਧਿਆਂ ਦੇ ਵਾਂਗ ਜਦੋਂ ਉਹਨਾਂ ਨੇ ਅਕਾਲ ਚਲਾਣਾ ਕੀਤਾ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਮੈਂ ਉਸ ਵੇਲੇ ਦੀ ਗੱਲ ਕਰਨ ਗਿਆ। ਸਰਦਾਰ ਹਰੀ ਸਿੰਘ ਜੀ ਨਲੂਏ ਨੇ ਪਿਸ਼ਾਵਰ ਦੇ ਵਿੱਚ ਸਿੱਖ ਰਾਜ ਦੇ ਝੰਡੇ ਗੱਡੇ। ਇਹ ਪਿਸ਼ਾਵਰ ਜਿਹੜਾ ਆ ਉਸੇ ਇਲਾਕੇ ਦੇ ਵਿੱਚ, ਜਦੋਂ ਪਿਸ਼ਾਵਰ ਤੋਂ ਅੱਗੇ ਜਾਵਾਂਗੇ ਨਾ, ਕਾਬਲ ਕਧਾਰ ਹੈ, ਉਹ ਸਾਊਦੀ ਅਰਬ ਦਾ ਜਿਹੜੇ ਪਾਸੇ ਗੁਰੂ ਨਾਨਕ ਸਾਹਿਬ ਜੀ ਗਏ ਸਨ, ਉਹ ਇਲਾਕਾ ਸਾਰੇ ਦਾ ਸਾਰਾ ਪਠਾਨਾਂ ਦਾ ਇਲਾਕਾ ਹੈ, ਮੁਸਲਮਾਨਾਂ ਦਾ ਇਲਾਕਾ ਹੈ। ਔਰ ਇਹ ਇਲਾਕਾ ਐਸਾ ਹੈ, ਇੰਨਾ ਕਿ ਖਤਰਨਾਕ ਹੈ। ਇਹ ਇਲਾਕਾ ਜਿਹੜਾ ਹੈ ਦਰਾ ਖੈਬਰ ਦਾ, ਇਹ ਸਾਰੇ ਦਾ ਸਾਰਾ ਇਲਾਕਾ ਹੈ। ਕਹਿੰਦੇ ਨੇ ਵੱਡੇ
ਅਮਰੀਕਾ ਵਰਗੀਆਂ ਵੱਡੀਆਂ ਜਿਹੜੀਆਂ ਤਾਕਤਾਂ ਨੇ ਨਾ, ਅੰਗਰੇਜ਼ਾਂ ਵਰਗੀਆਂ ਤਾਕਤਾਂ ਜਿਹੜੀਆਂ ਨੇ, ਇਸ ਦਰਾ ਖੈਬਰ ਨੂੰ ਜਿਹੜਾ ਨੇ ਕਦੇ ਜਿੱਤ ਨਹੀਂ ਸਨ ਸਕੀਆਂ। ਉਹ ਹਾਰ ਕੇ ਪਾਸੇ ਹੋ ਕੇ ਬਹਿ ਗਈਆਂ, ਕਿਉਂਕਿ ਇਸ ਇਲਾਕੇ ਨੂੰ, ਇਸ ਥਾਂ ਨੂੰ ਜਿੱਤਣਾ ਬੜਾ ਔਖਾ ਹੈ। ਕਿਉਂ ਔਖਾ ਭਲਾ? ਕਿਉਂਕਿ ਇੱਥੇ ਲੁੱਕ ਬੜੀ ਹੈ, ਪਹਾੜ ਨੇ ਆਸੇ ਪਾਸੇ, ਬੜਾ ਇੱਥੋਂ ਸੜਕਾਂ ਬੜੀਆਂ ਔਖੀਆਂ, ਜਾਣਾ ਆਣਾ ਬੜਾ ਔਖਾ ਹੈ। ਸਰਦਾਰ ਹਰੀ ਸਿੰਘ ਨਲੂਏ ਨੇ ਪੇਸ਼ਾਵਰ ਨੂੰ ਜਿੱਤਿਆ, ਤੇ ਜਦੋਂ ਪੇਸ਼ਾਵਰ ਨੂੰ ਜਿੱਤਿਆ ਨਾ, ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਤਾ ਲੱਗਿਆ, ਤੇ ਮਹਾਰਾਜਾ ਰਣਜੀਤ ਸਿੰਘ ਨੇ ਪੇਸ਼ਾਵਰ ਦਾ ਗਵਰਨਰ ਸਰਦਾਰ ਹਰੀ ਸਿੰਘ ਨਲੂਏ ਨੂੰ ਥਾਪਤਾ। ਪੇਸ਼ਾਵਰ ਦਾ ਗਵਰਨਰ ਬਣੇ ਸਰਦਾਰ ਹਰੀ ਸਿੰਘ ਜੀ ਨਲੂਆ, ਤੇ ਗਵਰਨਰ ਬਣਦੇ ਆ ਇਹਨਾਂ ਸਰਦਾਰ ਹਰੀ ਸਿੰਘ ਨਲੂਏ ਨੇ ਇੱਥੇ ਇੱਕ ਟੈਕਸ ਲੱਗਾ ਹੋਇਆ ਸੀ ਸਿੱਖਾਂ ਦੇ ਉੱਪਰ ਤੇ ਹਿੰਦੂਆਂ ਦੇ ਉੱਪਰ, ਜਜੀਆ ਕਰ ਟੈਕਸ ਲੱਗਿਆ ਸੀ ਕਿ 1 ਦਿਨਾਰ ਹਿੰਦੂ ਤੇ ਸਿੱਖ ਨੇ ਨਾ ਜਿਹੜੇ ਇੱਥੇ ਰਹਿਣ ਵਾਸਤੇ ਮੁਗਲ ਰਾਜ ਦੇ ਵਿੱਚ ਪਠਾਣਾ ਨੂੰ ਦਿਆ ਕਰਨਗੇ, ਜਿੰਦਾ ਰਹਿਣ ਵਾਸਤੇ, ਇੱਥੇ ਰਹਿਣ ਵਾਸਤੇ 1 ਦਿਨਾਰ ਜਿਹੜੀ ਹੈ ਉਹ ਸੋਨੇ ਦੀ ਜਿਹੜੀ ਉਹ ਦਿਆ ਕਰਨਗੇ। ਸਰਦਾਰ ਹਰੀ ਸਿੰਘ ਨਲੂਏ ਨੇ ਸਭ ਤੋਂ ਪਹਿਲਾਂ ਤੇ ਉਹ ਮਾਫ ਕੀਤੀ ਵੀ ਹੁਣ ਕੋਈ ਵੀ ਨਾ, ਭਾਵੇਂ ਹਿੰਦੂ ਹੈ ਤੇ ਭਾਵੇਂ ਸਿੱਖ ਹੈ, ਉਹ ਕੋਈ ਵੀ ਭਾਵੇਂ ਮੁਸਲਮਾਨ ਹੀ ਇੱਥੇ ਦਾ ਰਹਿਣ ਵਾਲਾ ਵਸਦਾ ਹੈ, ਉਹ 1 ਦਿਨਾਰ ਨਹੀਂ ਦੇਗਾ। ਟੈਕਸ ਮਾਫ ਕੀਤਾ। ਅੱਛਾ, ਅਗਲੀ ਗੱਲ ਇਹ ਸੀ ਵੀ ਹੁਣ ਪੇਸ਼ਾਵਰ ਤੇ ਜਿੱਤ ਲਿਆ, ਤੇ ਅਗਲੀ ਮੁਹਿੰਮ ਹੈ ਕਾਬਲ। ਪੇਸ਼ਾਵਰ ਤੋਂ ਕਾਬਲ ਨੂੰ ਇੱਕ ਸ਼ਾਹੀ ਰੋਡ ਜਾਂਦੀ ਹੈ, ਸ਼ਾਹੀ ਰੋਡ, ਤੇ ਪੇਸ਼ਾਵਰ ਤੋਂ ਇੱਕ ਰਸਤੇ ਦੇ ਵਿੱਚ ਜਗ੍ਹਾ ਆਉਂਦੀ ਹੈ, ਤਕਰੀਬਨ 16-17 ਕਿਲੋਮੀਟਰ ਦਾ ਸਫ਼ਰ ਹੈ। ਪੇਸ਼ਾਵਰ ਤੋਂ ਜਗ੍ਹਾ ਜਿਹੜੀ ਆਉਂਦੀ ਹੈ ਉਹਦਾ ਨਾਂ ਹੈ ਕੰਧਾਰ, ਨਾ ਸਾਰਿਆਂ ਨੇ ਸੁਣਿਆ ਕੰਧਾਰ। ਪੇਸ਼ਾਵਰ ਤੋਂ ਉਹ ਕੰਧਾਰ ਦਾ ਸਫ਼ਰ ਹੈ ਜਿਹੜਾ ਹੈ ਤੇ 16-17 ਕਿਲੋਮੀਟਰ ਦਾ ਸਫ਼ਰ, ਪਰ ਹੈ ਬੜਾ ਵਿਖੜਾ ਪੈਂਦਾ, ਬੜਾ ਔਖਾ ਹੈ, ਕਿਉਂਕਿ ਪਹਾੜਾਂ ਦੇ ਵਿੱਚੋਂ ਘੁੰਮ ਕੇ ਬੜਾ ਔਖਾ ਉੱਥੇ ਜਾਣਾ ਹੈ, ਉਸ ਥਾਂ ਤੇ ਜਾਣਾ ਹੈ। ਕਿਉਂਕਿ ਅਗਲਾ ਜਦੋਂ ਪਤਾ ਹੈ ਵੀ ਹੁਣ ਆਪਾਂ ਅੱਗੇ ਜਾਣਾ ਹੈ, ਅਗਲੀ ਮੁਹਿੰਮ ਦੇ ਬਾਰੇ ਵੀ ਸੋਚਣਾ ਹੈ। ਇੱਥੇ ਸਰਦਾਰ ਹਰੀ ਸਿੰਘ ਨਲੂਏ ਨੇ ਕੁਝ ਦਿਨ ਜਦੋਂ ਸੁਖਾਵੇਂ ਦਿਨ ਵੇਖੇ ਨਾ, ਤੇ ਇੱਕ ਸੋਚਿਆ ਵੀ ਹੁਣ ਕਿਉਂ ਨਾ ਜਮਰੌਦ ਦੇ ਵਿੱਚ ਇੱਕ ਕਿਲਾ ਤਿਆਰ ਕੀਤਾ ਜਾਵੇ, ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਾਬਲ ਦੇ ਉੱਪਰ ਆਪਾਂ ਹਮਲਾ ਕਰਨਾ, ਤੇ ਆਪਣੀ ਫੌਜ ਦੇ ਰੁਕਣ ਵਾਸਤੇ, ਫੌਜ ਦੇ ਠਹਿਰਾਅ ਵਾਸਤੇ ਆਪਣੇ ਕੋਲ ਕੁਛ ਨਾ ਕੁਛ ਸਥਾਨ, ਆਪਣਾ ਕਿਲਾ ਹੋਵੇ। ਜਮਰੌਦ ਦੇ ਵਿੱਚ ਮਹਾਰਾਜ ਸਰਦਾਰ ਹਰੀ ਸਿੰਘ ਜੀ ਨਲੂਏ ਨੇ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਸਰਦਾਰ ਸਨ, ਉਹਨਾਂ ਦੇ ਨਾਲ ਰਲ ਕੇ ਨਾ ਇੱਕ ਕਿਲਾ ਤਿਆਰ ਕਰਵਾਇਆ। ਜਮਰੌਦ ਦਾ ਕਿਲਾ ਹੈ, ਉਹਦਾ ਨਾਮ ਰੱਖਿਆ ਫਤਿਹਗੜ੍ਹ। ਇੱਕ ਨੁਕਤਾ ਧਿਆਨ ਨਾਲ ਸੁਣਨ ਵਾਲਾ ਹੈ। ਹੁਣ ਜਦੋਂ ਫਤਿਹਗੜ੍ਹ ਦਾ ਕਿਲਾ ਤਿਆਰ ਹੋਇਆ, ਸਰਦਾਰ ਹਰੀ ਸਿੰਘ ਨਲੂਏ ਨੇ ਆਪ ਤਿਆਰ ਕੀਤਾ। ਆਸੇ-ਪਾਸੇ ਦੇ ਪਠਾਨ ਸਨ ਜਿਹੜੇ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਸਿੱਖ ਰਾਜ ਦੇ ਝੰਡੇ ਗੱਡੇ ਜਾ ਰਹੇ ਨੇ, ਜਮਰੌਦ ਦੇ ਵਿੱਚ ਫਤਿਹਗੜ੍ਹ ਨਾਮ ਦਾ ਕਿਲਾ ਜਿਹੜਾ ਹੈ ਉਹ ਤਿਆਰ ਹੋ ਰਿਹਾ, ਉਹਨਾਂ ਦੀ ਹਿੰਮਤ ਨਾ ਪਈ ਵੀ ਮਹਾਰਾਜ ਜਿਹੜਾ ਸਰਦਾਰ ਹਰੀ ਸਿੰਘ ਨਲੂਆ ਆਪ ਕਿਲਾ ਤਿਆਰ ਕਰਵਾ ਰਿਹਾ। ਕਿਲਾ ਤਿਆਰ ਹੋ ਗਿਆ, ਤੇ ਜਦੋਂ ਕਿਲਾ ਤਿਆਰ ਹੋ ਗਿਆ ਨਾ ਫਤਿਹਗੜ੍ਹ ਦਾ ਜਮਰੌਦ ਦੇ ਵਿੱਚ, ਸਰਦਾਰ ਹਰੀ ਸਿੰਘ ਜੀ ਅਚਨਚੇਤ ਬਿਮਾਰ ਹੋ ਗਏ। ਬਿਮਾਰ ਹੋ ਕੇ ਫਤਿਹਗੜ੍ਹ ਤੋਂ ਉਹਨਾਂ ਨੂੰ ਵਾਪਸ ਪੇਸ਼ਾਵਰ ਆਉਣਾ ਪਿਆ। ਹੈ 15-16 ਕਿਲੋਮੀਟਰ ਦਾ ਸਫ਼ਰ, 16-17 ਕਿਲੋਮੀਟਰ ਦਾ ਸਫ਼ਰ, ਪਰ ਹੈ ਬੜਾ ਔਖਾ, ਪਹਾੜੀਆਂ ਦੇ ਵਿੱਚੋਂ ਘੁੰਮ ਕੇ ਆਉਣਾ। ਉਹਨਾਂ ਸਮਿਆਂ ਦੇ ਵਿੱਚ ਕਿੱਥੇ ਇੰਨੇ ਸਾਧਨ ਹੁੰਦੇ ਸਨ। ਪੇਸ਼ਾਵਰ ਆ ਗਏ, ਤੇ ਜਿਹੜੀ ਉੱਥੇ ਦੀ ਸਰਪ੍ਰਸਤੀ ਸੀ ਨਾ ਕਿਲੇ ਦੀ, ਇਹ ਮਾਨ ਸਿੰਘ ਨੂੰ ਦੇ ਕੇ ਆ ਗਈ। ਹੁਣ ਜਦੋਂ ਆਸੇ-ਪਾਸੇ ਦੇ ਪਠਾਨਾਂ ਨੇ ਵੇਖਿਆ ਵੀ ਸਰਦਾਰ ਹਰੀ ਸਿੰਘ ਨਲੂਆ ਇੱਥੇ ਨਹੀਂ ਹੈਗੇ ਫਤਿਹਗੜ੍ਹ ਦੇ ਕਿਲੇ ਦੇ ਵਿੱਚ, ਜਮਰੌਦ ਦੇ ਕਿਲੇ ਦੇ ਵਿੱਚ, ਤੇ ਆਪਾਂ ਇਉਂ ਕਰੀਏ, ਇਹਨਾਂ ਦਾ ਜਿਹੜਾ ਮੇਨ ਟਿਕਾਣਾ ਆ ਨਾ ਇਹ ਫਤਿਹਗੜ੍ਹ ਦਾ ਕਿਲਾ ਹੈ। ਜੇ ਇਹ ਕਿਲਾ ਬਣਿਆ ਰਿਹਾ ਨਾ ਤੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਾਬਲ ਤੇ ਹਮਲਾ ਕਰਨਾ। ਉਹਨਾਂ ਦੀ ਸੋਚ ਸੀ ਵੀ ਕਰਨਗੇ, ਸਿੱਖ ਕਰਨਗੇ ਕਿਉਂਕਿ ਬਣਾਇਆ ਹੀ ਇਸ ਕਰਕੇ ਹੈ। ਔਰ ਬਹੁਤ ਸਾਰਾ ਜੰਗੀ ਸਮਾਨ ਵੀ ਇੱਥੇ ਸੀ। ਹੁਣ ਕੀ ਕੀਤਾ ਵੀ ਇੱਥੇ ਦਾ ਇੱਕ ਅਕਬਰ ਖਾਨ ਹੈ, ਉਹਨੇ ਆਪਣੇ ਸਾਥੀਆਂ ਦੇ ਨਾਲ ਰਲ ਕੇ 30,000 ਦੀ ਫੌਜ ਲੈ ਕੇ, ਨਾਲ 40 ਤੋਪਾਂ ਲੈ ਕੇ, 30,000 ਦੀ ਫੌਜ ਹੈ, ਨਾਲ 40 ਤੋਪਾਂ, ਤੇ ਇੱਕ ਕੋਸ਼ਕਨ ਤੋਪ ਹੈ ਜਿਹੜੀ ਇਹਨਾਂ ਪਠਾਣਾ ਦੀ ਬੜੀ ਵੱਡੀ ਤੋਪ ਸੀ, ਜਿਹਨੂੰ ਕਹਿੰਦੇ ਸਨ ਪਹਾੜ ਤੋੜ ਤੋਪ ਉਹਦਾ ਨਾਂ ਸੀ। ਵੀ ਉਹਦੇ 'ਚ ਜਿਹੜਾ ਗੋਲਾ ਪਾਉਂਦੇ ਸਨ ਨਾ, ਉਹ ਪਹਾੜ ਦੇ ਉੱਪਰ ਜਦੋਂ ਮਾਰਿਆ ਜਾਂਦਾ ਸੀ ਤੇ ਪਹਾੜ ਨੂੰ ਵੀ ਟਹਿ ਢੇਰੀ ਕਰ ਦਿੰਦਾ ਸੀ, ਪਹਾੜ ਦੇ ਵਿੱਚ ਵੀ ਪਾੜ ਪਾ ਦਿੰਦਾ ਸੀ। ਉਹ ਵੀ ਤੋਪ ਲੈ ਕੇ, ਹੋਰ 39 ਤੋਪਾਂ, 40 ਤੋਪਾਂ ਲੈ ਕੇ ਇਹ ਅਕਬਰ ਖਾਨ ਜਿਹੜਾ ਇਹ 30,000 ਦੀ ਫੌਜ ਲੈ ਕੇ ਨਾ ਤੇ ਉਹ ਰਵਾਨਾ ਹੋਇਆ।
इधरों एक काकड़ खान है, एक साईं बाबा मियाँ खान है। इन्होंने भी अपने नाल 2000 की फौज लैके नाल 6 तोपां लैके 40 ते 6 46 तोपां जिहड़ियां ने इन्होंने सारियां ने रल के 21 अप्रैल नूं जाके जमरौद के किला फतेहगढ़ नूं घेरा पा लिया ते हमला करता। हुण अंदर ने जिहड़े अंदर फौज घट है, तकरीबन 800 गुरु का सिख है। भाई मान सिंह ते इन्हां दे नाल साथी ने 800 सिख है, क्योंकि कुंवर नौ निहाल दे विआह करके सारी दी बहुती फौज जिहड़ी है वो इत्थे लाहौर आई हुई सी। वापस फौज बुला ली गई सी क्योंकि विआह दीआं तैयारियां सन। कमल नौ निहाल दा विआह सी, महाराजा रणजीत सिंह दे द्वारा करवाया जा रहा सी। हुण होया कि भी 800 दी फौज है अंदर, एक एक नुकता सुनने वाला है। 800 दी फौज है अंदर ते नाल 12 तोफा ने भाई मान सिंह दे कोल। 800 दी फौज है, 12 तोफा ने, 80 उन्हां तोफां नूं चलाउण वाले गोलची ने। 80 जने ने जिहड़े गोलची ने, गोले पाउण वाले तोफां नूं चलाउण वाले ने। जंग कई दिन चलदा रहा। गुरु के सिखां ने इस फतेहगढ़ के किले जमरौद के किले के दुश्मन नूं नेड़े नहीं लगन दिता, क्योंकि बाहरले पासे फौज बड़ी भारी है। मैं पहला भी बेनती की है, 30,000 अकबर खान जिहड़ा आ वो लैके तुरिया है, 2,000 पैदल जिहड़ा आ वो जिहड़ा काकड़ खान भी लैके 32-33,000 की फौज है। होर घोड़सवार भी बड़े ने, तोफा भी बड़ियां है। और कोश कन्न नाम की एक तोप है। जदों उन्होंने वेख्या भी गल नहीं बनती भी हुण 40 तोफा माड़ियां मोटियां थोड़ा ऐ लैन च लगियां हुण 40 तोफा, उन्होंने तो पहाड़ी तोड़ देनी है, बड़े तो बड़ा पहाड़ थले ला लेना। पर वेखो कितना सख्त किला सी फतेहगढ़, नेड़े नहीं लगन दिता। मुगलों ने मीटिंग की, कहते भी आपां किवें करिए, कहते भी आपां एक किला जिहड़ा वो जितना है। जे हरी सिंह नलवे नूं पता लग गया ना, किधरे हरी सिंह नलवे नूं पता लग गया आपां एक किला नहीं जित पावांगे, आपां किला जितना है। उन्होंने जिहड़े अकबर खान ने इन्हां दे साथियां ने फिर बाहरों उस कोश कन्न जिहड़ी तोप सी उहदे विच गोले पाए ते गोले पा के किला जमरौद फतेहगढ़ के उपर हमला किया ते किले की एक कंध सी ना जिहड़ी वो ढाती, डेगती, एक कंध टुट गई। भाई मान सिंह नूं पता लग गया रात का जदों शाम का वेला सी, कंध ते ये डेग लई इन्हां ने, पर किसी की हिम्मत नहीं पई भी अंदर जाके सिखां दे उपर हमला कर लईए। कहंदे भी कोई नहीं, कंध आपां डेग लई है ते आपां अगले दिन जाके हमला कर देंगे, सिखां नूं आपां गिरफ्तार कर लांगे। ये बाहर बह गए, खाने पानी दे विच रुझ गए, कंध डेग लई। भाई मान सिंह ने अंदर 800 सिंह सन, उन्हां दे नाल मीटिंग जी, 800 तो कुछ शहीद हो चुके सन, उन्हां नाल मीटिंग कीती ते मीटिंग करके वो कहंदे भी दो काम ने। एक तो यह है भी अज रातों रात जिहड़ी कंध दे विच पाड़ पिया, कंध डिग्गी है ना, इहनूं आपां बनाउणा है, इहनूं बनाउणा रातों रात। ते अगली गल यह है भी किवें भी हो सकदा ना भी सरदार हरी सिंह नलवे तक ये खबर पहुंचाउणी है पेशावर, जिवें मर्जी हो सकदा। उत्थे फिर गुरु के सिख कहंदे भी आह काम ते कर लांगे, सौखा है भी आपां चलो बोरियां भर के आपां कंध जिहड़ी ओह बना लांगे सारी रात दे विच। हुण रातों रात सुनेहा लेके जाना है, बाहर फौज लगी हुई है, किहदे वाल कौन जावे? कोई कहंदा जी मैं जाना, कोई कहंदा जी मैं जाना। इत्थे एक बीबी सी हरशरण कौर, ਇਹਦਾ मतलब यह है भी सिख राज दे विच सिख फौज दे विच बीबियां भी सन। बीबी सी हरशरण कौर, वो बीबी कहती है भी ये जे हो सके तो तुसीं जिम्मेवारी मैनूं दे दिओ। वो कहते नहीं भी असीं किसे भाई मान सिंह जी कहते भी किसे मर्द नूं गुरु के सिख नूं भेजांगे। वो कहती मैं सिख नहीं, तुहानूं की लगदा भी मैं जिम्मेवारी नहीं निभा सकदी? जदों ने ये गल कही भी तुसीं साडे 'च फर्क समझदे जे, भाई मान सिंह जी कहते भी भैणे तूं जा, भी तू सरदार हरी सिंह नलवे तक खबर जरूर पहुंचा दी। उन्हें चिट्ठी जड़ी लिखी ना, वो चिट्ठी दे बोल संभाल के अजे भी साडे कोल चिट्ठी पई है, सुनियो ध्यान नाल। ਉਹਦੇ ਵਿੱਚ ਕੀ ਲਿਖਿਆ ਸੀ सरदार मान सिंह ने? ਉਹਨੇ लिखिया सरदार हरी सिंह जी ਨੂੰ, ਕਹਿੰਦੇ सरदार हरी सिंह जी नलवा क्योंकि पेशावर ਦੇ सरदार ने, ਇੱਥੇ ਦੇ ਨਾ ਸਾਰੇ ਦੇ ਸਾਰੇ ਇਹਨਾਂ ਦੀ हुकूमत है, ਇੱਥੇ ਰਹਿ ਰਹੇ ਨੇ। ਕਹਿੰਦੇ ਸਾਨੂੰ ਪਤਾ ਹੈ ਵੀ ਤੁਸੀਂ ਬਿਮਾਰ ਜੇ, ਅਸੀਂ ਤੁਹਾਨੂੰ ਦੱਸਣਾ ਤੇ ਨਹੀਂ ਚਾਹੁੰਦੇ। ਇਹ 29 ਅਪ੍ਰੈਲ ਰਾਤ ਦੀ ਘਟਨਾ ਹੈ ਜਦੋਂ ਚਿੱਠੀ ਲਿਖੀ ਗਈ सरदार हरी सिंह नलवे ਦੇ ਨਾਮ ਤੇ। 29 ਅਪ੍ਰੈਲ ਵੀ ਅਸੀਂ ਦੱਸਣਾ ਤੇ ਨਹੀਂ ਚਾਹੁੰਦੇ, पर हुण मजबूरी बन गई है भी बाहर फौज ने घेरा पाया हुआ है। 700 मरजीवड़े गुरु के सिख फौज मेरे नाल है ते कंध जिहड़ी वो डिग पई है,
ਪਾੜ ਪੈ ਗਿਆ ਤੇ ਅਸੀਂ ਸਾਰੇ ਕੋਸ਼ਿਸ਼ ਕਰਾਂਗੇ ਵੀ ਰਾਤੋਂ ਰਾਤ ਕੰਧ ਤੇ ਅਸੀਂ ਬਣਾ ਲੈਣੀ ਹੈ, ਕੰਧ ਅਸੀਂ ਬਣਾ ਲੈਣੀ ਹੈ। ਪਰ ਅਗਲੀ ਗੱਲ ਇਹ ਹੈ ਵੀ ਅਸੀਂ ਸਾਰਿਆਂ ਨੇ ਫੈਸਲਾ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਅਰਦਾਸ ਕੀਤੀ ਹੈ ਵੀ ਜਦ ਤੱਕ ਸਾਡੇ ਅੰਦਰ ਸਾਹ ਨੇ, ਜਦ ਤੱਕ ਸਾਡੀਆਂ ਰਗਾਂ ਦੇ ਵਿੱਚ ਖੂਨ ਵਗਦਾ ਹੈ, ਤਦ ਤੱਕ ਅਸੀਂ ਦੁਸ਼ਮਣ ਦੀ ਫੌਜ ਨਾਲ ਲੜਾਂਗੇ। ਪਰ ਨਾਲ ਹੀ ਕਹਤਾ ਸਰਦਾਰ ਹਰੀ ਸਿੰਘ ਜੀ ਨਲੂਆ, ਸਾਨੂੰ ਨਹੀਂ ਲੱਗਦਾ ਵੀ ਬਹੁਤਾ ਸਮਾਂ ਜਿਹੜਾ ਆ ਹੁਣ ਇਹ ਆਪਣਾ ਕਿਲਾ ਬਚ ਸਕਦਾ ਹੈ, ਕਿਉਂਕਿ ਤੋਹਫਾ ਇਹਨਾਂ ਕੋਲ ਜ਼ਿਆਦਾ ਨੇ, ਫੌਜ ਇਹਨਾਂ ਕੋਲ ਜ਼ਿਆਦਾ ਆ। ਤੇ ਸਵੇਰ ਹੁੰਦਿਆਂ ਜਾਂ ਕੱਲ ਸ਼ਾਮ ਤੱਕ ਇਹ ਜਿਹੜਾ ਫਤਿਹਗੜ੍ਹ ਦਾ ਕਿਲਾ ਜਮਰੌਦ ਹੈ ਨਾ, ਫਤਿਹਗੜ੍ਹ ਦਾ ਕਿਲਾ ਹੈ, ਕਹਿੰਦੇ ਵੀ ਇਹ ਮਿੱਟੀ ਦੇ ਵਿੱਚ ਰਲ ਜਾਣਾ। ਪਰ ਅਸੀਂ ਵਾਅਦਾ ਕਰਦੇ ਹਾਂ ਵੀ ਇੱਕ ਵੀ ਸਿੱਖ ਜਿਹੜਾ ਇਸ ਕਿਲੇ ਨੂੰ ਛੱਡ ਕੇ ਦੌੜੇਗਾ ਨਹੀਂ। ਚਿੱਠੀ ਦੇ ਵਿੱਚ ਲਿਖਤਾ। ਇਹ ਚਿੱਠੀ ਸਰਦਾਰ ਹਰੀ ਸਿੰਘ ਦੇ ਕੋਲ ਉਹ ਬੀਬੀ ਲੈ ਕੇ ਆ ਗਈ। ਅਜੇ ਦਿਨ ਨਹੀਂ ਸੀ ਚੜਿਆ, ਦਿਨ ਰਹਿੰਦਾ ਸੀ, ਕਿਉਂਕਿ ਮੈਂ ਫਿਰ ਬੇਨਤੀ ਕਰਾਂ 16-17 ਜਿਹੜਾ ਆ ਉਹ ਕਿਲੋਮੀਟਰ ਦਾ ਸਫ਼ਰ ਸੀ, ਦਿਨ ਨਹੀਂ ਸੀ ਚੜਿਆ। ਚਿੱਠੀ ਲੈ ਕੇ ਆ ਗਈ ਬੀਬੀ। ਸਰਦਾਰ ਹਰੀ ਸਿੰਘ ਨੇ ਚਿੱਠੀ ਪੜ੍ਹੀ, ਇੱਕ ਵਾਰੀ ਪੜ੍ਹੀ, ਆਪਣੇ ਬਿਸਤਰੇ ਤੋਂ ਅਲਰਟ ਹੋ ਕੇ ਖੜੇ ਹੋ ਗਏ। ਦੂਜੀ ਵਾਰੀ ਫਿਰ ਚਿੱਠੀ ਪੜ੍ਹ ਕੇ ਵੇਖੀ ਵੀ ਆ ਤੇ ਕੰਮ ਗਲਤ ਹੋ ਗਿਆ। ਹੁਣ ਦੋ ਗੱਲਾਂ ਸੀ, ਇੱਕ ਪਾਸੇ ਤੇ ਸਿਹਤ ਬੜੀ ਬਿਮਾਰ ਹੈ ਸਰਦਾਰ ਹਰੀ ਸਿੰਘ ਨਲੂਏ ਦੀ, ਵੀ ਜਾਂ ਤੇ ਆਪਣੀ ਸਿਹਤ ਵੇਖੇ ਤੇ ਜਾਂ ਫਿਰ ਸਿੱਖ ਰਾਜ ਜਿਹੜਾ ਆ ਉਹਨੂੰ ਬੜੀ ਵੱਡੀ ਢਾਹ ਲੱਗ ਰਹੀ ਏ। ਇਧਰੋਂ 700-800 ਨੌਜਵਾਨ ਗੁਰੂ ਕਾ ਸਿੱਖ ਉਹਨਾਂ ਨੇ ਸ਼ਹਾਦਤ ਦਾ ਜਾਮ ਪੀ ਜਾਣਾ ਹੈ। ਸਰਦਾਰ ਹਰੀ ਸਿੰਘ ਨਲੂਆ ਉਸੇ ਵੇਲੇ ਉਹਨੇ ਫੌਜ ਤਿਆਰ ਕੀਤੀ। ਸਰਦਾਰ ਹਰੀ ਸਿੰਘ ਨਲੂਏ ਨੇ ਉਸੇ ਵੇਲੇ ਫੌਜ ਤਿਆਰ ਕੀਤੀ। ਡਗਾ ਵੱਜਿਆ, ਰਣਜੀਤ ਨਗਾਰਾ ਖੜਕਿਆ ਤੇ ਸਰਦਾਰ ਹਰੀ ਸਿੰਘ ਨਲੂਏ ਨੇ ਉਸੇ ਵੇਲੇ ਫੌਜ ਨੂੰ ਤਿਆਰ ਕਰਕੇ 6000 ਦੀ ਫੌਜ ਪੈਦਲ ਸੀ ਜਿਹੜੀ, 2000 ਘੋੜਸਵਾਰ ਸਨ, ਔਰ ਜਿਹੜੀ ਤਕਰੀਬਨ ਨਾਲ ਇਤਿਹਾਸਕਾਰਾਂ ਨੇ ਲਿਖਿਆ ਹੈ ਵੀ ਸਰਦਾਰ ਹਰੀ ਸਿੰਘ ਜੀ ਨਲੂਆ ਕੁਝ 14 ਕੁ ਤੋਹਫਾਂ ਲੈ ਕੇ ਨਾ ਆਪਣੇ ਨਾਲ ਪਿਸ਼ਾਵਰ ਦੇ ਕਿਲੇ ਤੋਂ ਜਮਰੌਦ ਦੇ ਕਿਲੇ ਵੱਲ ਰਵਾਨਾ ਹੋਏ। ਜਲਦੀ ਪਹੁੰਚ ਗਏ। ਜਾ ਕੇ ਬੜੀ ਦਲੇਰੀ ਦੇ ਨਾਲ ਸਰਦਾਰ ਹਰੀ ਸਿੰਘ ਨਲੂਏ ਨੇ ਉੱਥੇ ਹਮਲਾ ਕੀਤਾ। ਵੱਡੀ ਗਿਣਤੀ ਦੇ ਵਿੱਚ ਫੌਜ ਸੀ ਨਾ ਜਿਹੜੀ, ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਸੁਣ ਕੇ ਡਰ ਕੇ ਘਬਰਾ ਕੇ ਦੌੜ ਗਈ। ਕਿਉਂਕਿ ਹਰੀ ਸਿੰਘ ਨਲੂਏ ਦਾ ਆ ਜਿਹੜੇ ਇਸਲਾਮ ਧਰਮ ਵਾਲੇ ਜਾਂ ਇਸਲਾਮ ਇਧਰ ਇਹ ਲਹਿੰਦੇ ਪੰਜਾਬ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਇਹਨਾਂ ਇਲਾਕਿਆਂ ਦੇ ਵਿੱਚ ਸਲਵਾਰਾਂ ਪਾਈਆਂ ਜਾਂਦੀਆਂ ਨੇ ਨਾ, ਸਲਵਾਰਾਂ ਇਸੇ ਕਰਕੇ ਪਾਈਆਂ ਜਾਂਦੀਆਂ ਕਿਉਂਕਿ ਉਹ ਡਰਦੇ ਸਨ ਕਿ ਗੁਰੂ ਕੇ ਸਿੱਖ ਨੇ ਜਿਹੜੇ ਇੱਕ ਵਾਰੀ ਜਿਹਦੇ ਤੇ ਧਾਵਾ ਬੋਲ ਦਿੰਦੇ ਨੇ ਉਹਨੂੰ ਜਿਉਂਦਾ ਨਹੀਂ ਛੱਡਦੇ। ਪਰ ਗੁਰੂ ਕੇ ਸਿੱਖਾਂ ਦਾ ਇਹ ਨੇਮ ਹੈ ਵੀ ਉਹ ਔਰਤਾਂ ਤੇ ਹਮਲਾ ਨਹੀਂ ਕਰਦੇ। ਇਸ ਕਰਕੇ ਨਾ ਆਪਣੇ ਮੂੰਹ ਦੇ ਉੱਪਰ ਬੁਰਕੇ ਪਾ ਕੇ ਤੇ ਸਲਵਾਰਾਂ ਪਾ ਕੇ ਦਿਖਾਉਂਦੇ ਹੁੰਦੇ ਸਨ ਵੀ ਅਸੀਂ ਔਰਤਾਂ ਵਾਂ। ਇਸ ਕਰਕੇ ਇਹ ਟ੍ਰੈਂਡ ਸ਼ੁਰੂ ਹੋਇਆ ਜੇ, ਇਹ ਚੇਤੇ ਰੱਖਿਆ ਜੇ। ਜਦੋਂ ਕੋਈ ਜਵਾਕ ਰੋਂਦਾ ਹੁੰਦਾ ਸੀ ਤੇ ਇੱਕ ਕਹਾਵਤ ਬਣੀ ਹੋਈ ਸੀ, ਸੌ ਜਾ ਬੱਚਾ ਹਰੀਆ ਰੰਗ ਲੈ ਵੀ ਹਰੀ ਸਿੰਘ ਨਲੂਆ ਆ ਗਈ, ਸੌ ਜਾ। ਜਿਵੇਂ ਆਪਣੇ ਕਿਤੇ ਮਾਊ ਆ ਗਿਆ, ਸ਼ੇਰ ਆ ਗਿਆ। ਇੰਨਾ ਡਰ ਸੀ ਉਹਨਾਂ ਦੇ ਹਰੀ ਸਿੰਘ ਨਲੂਏ ਦਾ, ਇੰਨਾ ਡਰ ਸੀ ਉਹਨਾਂ ਦੇ ਅੰਦਰ। ਸਰਦਾਰ ਹਰੀ ਸਿੰਘ ਨਲੂਆ ਜਦੋਂ ਪਹੁੰਚਿਆ, ਉਹਨਾਂ ਨੂੰ ਪਤਾ ਲੱਗਿਆ ਸਰਦਾਰ ਹਰੀ ਸਿੰਘ ਨਲੂਆ ਹੈ। ਬਸ ਫਿਰ ਕਿਸੇ ਵੇਖਦਿਆਂ ਪਾਸਾ ਪਲਟਿਆ, ਗੁਰੂ ਕੇ ਸਿੱਖਾਂ ਦੀ ਜਿੱਤ ਹੋਈ। ਸਰਦਾਰ ਹਰੀ ਸਿੰਘ ਨਲੂਏ ਨੇ ਇਸ ਜੰਗ ਨੂੰ, ਇਸ ਪਿਸ਼ਾਵਰ ਜਿਹੜਾ ਜਮਰੌਦ ਦਾ ਜੰਗ ਜਿੱਤਿਆ। ਹੁਣ ਇਹ ਜਿਹੜੇ ਨੇ ਜਾ ਕੇ ਦਰਿਆਂ ਦੇ ਵਿੱਚ ਵੜ ਗਏ, ਜਿਹੜੇ ਦਰੇ ਮਤਲਬ ਕਿ ਪਹਾੜੀਆਂ ਦੀਆਂ ਜਿਹੜੀਆਂ ਉਹ ਲੁੱਕਾਂ ਸਨ, ਉਹਨਾਂ ਦੇ ਵਿੱਚ ਵੜ ਗਏ। ਇੱਥੇ ਇੱਕ ਸੀ ਭਾਈ ਧਿਆਨ ਸਿੰਘ ਜੀ, ਪੰਜ ਹੱਥਾਂ ਨੂੰ ਕਹਿੰਦੇ ਸਨ, ਸਰਦਾਰ ਹਰੀ ਸਿੰਘ ਨਲੂਏ ਦਾ ਸਾਥੀ ਹੈ। ਉਹ ਜਦੋਂ ਜਿੱਤ ਹੋਈ ਸਾਰੇ ਪਾਸੇ ਖੁਸ਼ੀ ਹੈ। ਤੇ ਜਦੋਂ ਇਹਨੇ ਵੇਖਿਆ ਨਾ ਸਰਦਾਰ ਧਿਆਨ ਸਿੰਘ ਪੰਜ ਹੱਥੇ ਨੇ ਜਮਰੌਦ ਦੇ ਕਿਲੇ ਵੱਲੇ, ਤੇ ਉਹ ਪਾੜ ਪਿਆ ਹੋਇਆ ਸੀ, ਭਾਵੇਂ ਉਹ ਬੋਰੀਆਂ ਲਾ ਕੇ ਢੱਕ ਦਿੱਤਾ ਸੀ, ਇਹਦੇ ਤੋਂ ਰਿਹਾ ਨਾ ਗਿਆ। ਕਹਿੰਦਾ ਵੀ ਇਹਨਾਂ ਨੇ ਫਤਿਹਗੜ੍ਹ ਕਿਲੇ ਦੇ ਉੱਪਰ ਹਮਲਾ ਕੀਤਾ ਸਾਡੇ ਤੇ, ਕਹਿੰਦਾ ਵੀ ਮੈਂ ਛੱਡਣਾ ਨਹੀਂ। ਹੁਣ ਉਹ ਪਹਾੜੀਆਂ ਦੇ ਵਿੱਚ ਜਦੋਂ ਉਹਨਾਂ ਦਾ ਪਿੱਛਾ ਕਰਨ ਵਾਸਤੇ ਗਿਆ ਨਾ ਸਰਦਾਰ ਧਿਆਨ ਸਿੰਘ ਪੰਜ ਹੱਥਾਂ, ਤੇ ਉਹ ਇੱਕ ਦਰੇ ਦੇ ਵਿੱਚ ਇੱਕ ਪਹਾੜੀ ਦੇ ਪਿੱਛੇ ਜਦੋਂ ਗਿਆ ਤੇ ਸਰਦਾਰ ਹਰੀ ਸਿੰਘ ਨੇ ਵੇਖ ਲਿਆ ਵੀ ਇਹ ਕੰਮ ਗਲਤ ਹੋ ਗਿਆ, ਵੀ ਉਹ ਦੌੜ ਗਏ ਜਾਣਦੇ। ਉਹ ਜਦੋਂ ਪਿੱਛੇ ਗਿਆ ਨਾ ਸਰਦਾਰ ਧਿਆਨ ਸਿੰਘ ਉਹਦੇ ਪਿੱਛੇ ਗਿਆ ਉਹਨਾਂ ਨੂੰ ਲੱਭਣ ਵਾਸਤੇ, ਤੇ ਉਹ ਤੇ ਅੱਗੇ ਹੀ ਮੌਕਾ ਭਾਲਦੇ ਸਨ ਵੀ ਕੱਲਾ ਸਾਡੇ ਕੋਲ ਆਵੇ। ਸਰਦਾਰ ਧਿਆਨ ਸਿੰਘ ਜੀ ਦੇ ਉੱਪਰ ਉਹਨਾਂ ਨੇ ਹਮਲਾ ਕੀਤਾ। ਸਰਦਾਰ ਹਰੀ ਸਿੰਘ ਨਲੂਏ ਨੂੰ ਪਤਾ ਲੱਗਿਆ, ਸਰਦਾਰ ਹਰੀ ਸਿੰਘ ਨਲੂਏ ਨੇ ਆਪਣਾ ਘੋੜਾ ਭਜਾਇਆ ਤੇ ਉਸ ਪਾਸੇ ਵੱਲੇ ਗਏ। ਤੇ ਉਹਨਾਂ ਨੇ ਅੱਗੋਂ ਪਹਿਲਾਂ ਹੀ ਵੇਖਿਆ ਹੋਇਆ ਸੀ ਵੀ ਇਹਦੇ ਪਿੱਛੇ ਵੀ ਆਉਣਗੇ। ਉਹਨਾਂ ਨੇ ਗੋਲੀਆਂ ਚਲਾਈਆਂ। ਜਦੋਂ ਗੋਲੀਆਂ ਚਲਾਈਆਂ, ਪਹਿਲਾਂ ਸਰਦਾਰ ਹਰੀ ਸਿੰਘ ਨਲੂਏ ਦਾ ਇੱਕ ਜਿਹੜਾ ਗਨਮੈਨ ਕਹਿ ਲੋ ਸਾਥੀ ਸੀ ਸਰਦਾਰ ਮਹਿਤਾਬ ਸਿੰਘ, ਉਹਦੇ ਗੋਲੀਆਂ ਲੱਗੀਆਂ, ਉਹ ਚੜਾਈ ਕੀਤਾ, ਉਹਨੇ ਸ਼ਹਾਦਤ ਦਾ ਜਾਮ ਪੀਤਾ।
ਉਸ ਤੋਂ ਬਾਅਦ 2 ਗੋਲੀਆਂ ਸਰਦਾਰ ਹਰੀ ਸਿੰਘ ਨਲੂਏ ਦੀ ਛਾਤੀ ਦੇ ਵਿੱਚ ਵੱਜੀਆਂ। ਖੂਨ ਦੀਆਂ ਤਤੀਰੀਆਂ ਚੱਲੀਆਂ। ਜਮਰੌਦ ਦੀ ਕਿਲੇ ਦੀ ਗੱਲ ਹੈ, ਖੂਨ ਦੀਆਂ ਤਤੀਰੀਆਂ ਚੱਲੀਆਂ। ਇਹ ਜਿਹੜੀ ਗੱਲ ਹੈ ਨਾ, ਉਹ 30 ਅਪ੍ਰੈਲ ਦੀ ਗੱਲ ਹੈ, ਚੇਤੇ ਰੱਖਿਆ ਜੇ, ਜਿਹੜਾ ਅੱਜ ਦਾ ਦਿਨ ਹੈ 30 ਅਪ੍ਰੈਲ ਸਨ 1837 ਈਸਵੀ ਦੀ ਇਹ ਘਟਨਾ। 1837 ਈਸਵੀ ਦੀ ਖੂਨ ਦੀਆਂ ਤਤੀਰੀਆਂ ਚੱਲੀਆਂ, ਪਰ ਫਿਰ ਵੀ ਆਪਣੇ ਆਪ ਨੂੰ ਇਸ ਸਰਦਾਰ ਨੇ ਸੰਭਾਲਿਆ। ਘੋੜੇ ਤੋਂ ਥੱਲੇ ਨਹੀਂ ਡਿੱਗੇ, ਘੋੜੇ ਦੀਆਂ ਵਾਂਗਾਂ ਮੋੜੀਆਂ, ਵਾਪਸ ਆਏ। ਇਧਰੋਂ ਸਿੱਖ ਫੌਜ ਨੂੰ ਜਦੋਂ ਦੁਬਾਰਾ ਪਤਾ ਲੱਗਿਆ ਤੇ ਇੱਕ ਇੱਕ ਨੂੰ ਲੱਭ ਕੇ ਇਹਨਾਂ ਸਾਰੇ ਪਠਾਨਾਂ ਨੂੰ ਜਿਹੜਾ ਉਹ ਖਤਮ ਕਰਤਾ। ਸਰਦਾਰ ਹਰੀ ਸਿੰਘ ਨਲੂਆ ਆਪਣਾ ਘੋੜਾ ਲੈ ਕੇ ਪਹੁੰਚੇ, ਆਪਣੇ ਜਮਰੌਦ ਦੇ ਕਿਲੇ ਦੇ ਵਿੱਚ ਪਹੁੰਚੇ। ਭਾਈ ਮਾਹ ਸਿੰਘ ਜੀ ਅੰਦਰ ਸਨ ਤੇ ਭਾਈ ਮਾਹ ਸਿੰਘ ਨੇ ਆਪ ਘੋੜੇ ਤੋਂ ਲਾਇਆ, ਜ਼ਖਮ ਸਾਫ਼ ਕੀਤੇ। ਤੇ ਜਦੋਂ ਜ਼ਖਮ ਸਾਫ਼ ਕੀਤੇ ਤੇ ਸਰਦਾਰ ਹਰੀ ਸਿੰਘ ਨਲੂਏ ਨੂੰ ਕਹਿੰਦਾ ਮੈਂ ਦਵਾਈ ਲਾ ਦਿਆਂ। ਸਰਦਾਰ ਹਰੀ ਸਿੰਘ ਨਲੂਆ ਕਹਿੰਦਾ ਨਹੀਂ, ਹੁਣ ਨਹੀਂ। ਸਿੱਖ ਰਾਜ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੋ। ਮੈਨੂੰ ਕਲਗੀਆਂ ਵਾਲਾ ਆਪਣੇ ਚਰਨਾਂ ਦੇ ਵਿੱਚ ਬੁਲਾ ਰਿਹਾ ਹੈ, ਜਿੰਨੀ ਕੁ ਮੇਰੇ ਤੋਂ ਸੇਵਾ ਹੋ ਸਕੀ। ਸਰਦਾਰ ਹਰੀ ਸਿੰਘ ਨਲੂਆ ਸਰਦਾਰ ਕੌਮ ਦਾ ਜਰਨੈਲ ਕਹਿੰਦਾ ਜਿੰਨੀ ਕਿ ਮੇਰੇ ਕੋਲੋਂ ਸੇਵਾ ਹੋ ਸਕੀ ਮੈਂ ਤਨਦੇਹੀ ਦੇ ਨਾਲ ਕੀਤੀ। ਮੈਂ ਆਪਣੇ ਜੀਵਨ ਦੇ ਵਿੱਚ ਕੋਸ਼ਿਸ਼ ਕੀਤੀ ਹੈ ਵੀ ਮੈਂ ਸਿੱਖਾਂ ਦੇ ਨਾਲ, ਧਰਮ ਦੇ ਨਾਲ ਜਿਹੜਾ ਹੈ ਉਹ ਨਿਆਂ ਕਰ ਸਕਾਂ। ਤੇ ਮੈਂ ਕਦੀ ਆਪਣੀ ਜਾਨ ਤੱਕ ਦੀ ਪਰਵਾਹ ਨਹੀਂ ਕੀਤੀ ਵੀ ਹੁਣ ਨਹੀਂ। ਪਰ ਇੱਕ ਗੱਲ ਚੇਤੇ ਰੱਖੀ ਸਰਦਾਰ ਮਾਹ ਸਿੰਘ, ਦੁਸ਼ਮਣ ਨੂੰ ਇਹ ਖਬਰ ਨਹੀਂ ਹੋਣੀ ਚਾਹੀਦੀ ਕਿ ਸਰਦਾਰ ਹਰੀ ਸਿੰਘ ਨਲੂਆ ਜਿਹੜਾ ਹੈ ਉਹ ਸ਼ਹੀਦ ਹੋ ਗਿਆ। ਵੇਖੋ ਕਿੰਨਾ ਦੁਸ਼ਮਣ ਦੇ ਅੰਦਰ ਸਰਦਾਰ ਹਰੀ ਸਿੰਘ ਨਲੂਏ ਦਾ ਨਾਂ ਰਹਿਣਾ ਚਾਹੀਦਾ ਹੈ। ਉਹਨਾਂ ਦੀਆਂ ਨਜ਼ਰਾਂ 'ਚ ਸਰਦਾਰ ਹਰੀ ਸਿੰਘ ਨਲੂਆ ਜਿਉਂਦਾ ਰਹਿਣਾ ਚਾਹੀਦਾ ਹੈ। ਜੇ ਸਰਦਾਰ ਹਰੀ ਸਿੰਘ ਨਲੂਆ ਜਿਉਂਦਾ ਹੈ ਤੇ ਸਿੱਖ ਰਾਜ ਦੀ, ਸਿੱਖ ਪੰਥ ਦੀ ਕੋਈ ਵਾਲ ਦੇ ਵੱਲ ਵੀ, ਆਣ ਬਾਣ ਸ਼ਾਨ ਦੇ ਵੱਲ ਕੋਈ ਵੇਖ ਵੀ ਨਹੀਂ ਸਕਦਾ। ਪਰ ਭਾਈ ਮਾਹ ਸਿੰਘ ਨੇ ਐਵੇਂ ਹੀ ਕੀਤਾ। ਭਾਈ ਮਾਹ ਸਿੰਘ ਨੇ ਫਿਰ ਉੱਥੇ ਪਿਛਲੇ ਪਾਸੇ ਕਿਲੇ ਦੇ ਕਨਾਤ ਦੇ ਵਿੱਚ ਜਿਹੜਾ ਉਹ ਸਰਦਾਰ ਹਰੀ ਸਿੰਘ ਨਲੂਏ ਦਾ ਸੰਸਕਾਰ ਤੇ ਕਰਤਾ। ਪਰ ਉੱਥੇ ਸਰਦਾਰ ਹਰੀ ਸਿੰਘ ਨਲੂਏ ਦੇ ਸ਼ਹੀਦ ਹੋਣ ਦੀ ਜਿਹੜੀ ਖਬਰ ਹੈ ਨਾ, ਉਹ ਗੁਪਤ ਰੱਖੀ ਗਈ। ਤੇ ਨਾਲ ਇਹ ਵੀ ਕਿਹਾ ਸੀ ਸਰਦਾਰ ਹਰੀ ਸਿੰਘ ਨਲੂਏ ਨੇ ਕਿ ਜਦੋਂ ਵੀ ਮੇਰਾ ਸੰਸਕਾਰ ਕਰਨਾ ਤੇ ਮੇਰੇ ਪੈਰ ਇਸ ਪਾਸੇ ਰੱਖਿਓ ਕਿ ਦੁਸ਼ਮਣ ਨੂੰ ਪਤਾ ਲੱਗੇ। ਮੈਂ ਚਾਹੁੰਦਾ ਆ ਵੀ ਮੈਂ ਜਿੱਥੋਂ ਤੱਕ ਇਹ ਧਰਤੀ ਹੈ ਉਥੋਂ ਤੱਕ ਮੈਂ ਸਿੱਖ ਰਾਜ ਕਾਇਮ ਕਰਨਾ ਚਾਹੁੰਦਾ ਆ। ਸਿੱਖ ਰਾਜ ਇਹ ਸਾਰੇ ਦਾ ਸਾਰਾ ਆਪਣਾ ਆਪਾ, ਇਹ ਮਹਾਨ ਕੌਮ ਦਾ ਮਹਾਨ ਜਰਨੈਲ ਜਿਹੜਾ ਹੈ ਉਹ ਸਿੱਖ ਪੰਥ ਤੋਂ, ਧਰਮ ਤੋਂ ਆਪਣਾ ਆਪਾ ਜਿਹੜਾ ਉਹ ਕੁਰਬਾਨ ਕਰ ਗਿਆ। ਐਸੇ ਮਹਾਨ ਜਰਨੈਲ ਦਾ ਅੱਜ ਆਪਾਂ ਸ਼ਹੀਦੀ ਦਿਹਾੜਾ ਸਰਦਾਰ ਹਰੀ ਸਿੰਘ ਨਲੂਏ ਦਾ ਆਪਾਂ ਸਾਰੇ ਜਣੇ ਉਹ ਬਣਾ ਰਹੇ ਆ। ਤੇ ਮੈਂ ਇਹ ਤਾਂ ਸਾਂਝਾ ਕੀਤਾ ਪਿਛਲਾ ਪਾਸਾ ਕਿਉਂਕਿ ਮੈਨੂੰ ਪਤਾ ਵੀ 99% ਸਿੱਖਾਂ ਨੂੰ ਨਹੀਂ ਪਤਾ ਵੀ ਸਰਦਾਰ ਹਰੀ ਸਿੰਘ ਨਲੂਆ ਕੌਣ ਸੀ ਤੇ ਸ਼ਹਾਦਤ ਕਿਵੇਂ ਹੋਈ। ਹੁਣ ਬਹੁਤਿਆਂ ਨੂੰ ਪਤਾ ਲੱਗ ਗਿਆ ਹੋਣਾ ਤੇ ਕੋਸ਼ਿਸ਼ ਕਰਿਓ ਵੀ ਜਿਨ੍ਹਾਂ ਨੂੰ ਪਤਾ ਲੱਗਿਆ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਓ ਵੀ ਹਰੀ ਸਿੰਘ ਨਲੂਏ ਦਾ ਨਾਂ ਹੀ ਬੜਾ ਸੀ। ਦੁਸ਼ਮਣ ਨਾਂ ਲੈਣ ਤੋਂ ਵੀ ਡਰਦੇ, ਜਿਹੜੇ ਨੇ ਉਹ ਡਰਦੇ ਸਨ, ਨਾਂ ਸੁਣ ਕੇ ਡਰਦੇ ਸਨ। ਸਰਦਾਰ ਹਰੀ ਸਿੰਘ ਨਲੂਆ ਅਮਰੀਕਾ ਦੇ ਵਿੱਚ ਰਿਸਰਚ ਹੋਈ, ਉਹਨਾਂ ਨੇ ਵੇਖਿਆ, ਪਿਛਲੇ ਰਿਸਰਚ ਹੋਈ, ਉਹਨਾਂ ਨੇ ਵੇਖਿਆ ਵੀ ਦੁਨੀਆ ਦੇ ਵਿੱਚੋਂ ਸਭ ਤੋਂ ਵੱਡਾ ਜਰਨੈਲ ਕਿਹੜਾ ਹੈ। ਵੇਖੋ ਵੱਡੇ ਵੱਡੇ ਜਰਨੈਲ ਨੇ ਜਿਹੜੇ ਦੁਨੀਆ ਦੇ ਵਿੱਚ ਨੇ ਤੇ ਸਾਰਿਆਂ ਤੋਂ ਸਿਰੇ ਦਾ ਜਰਨੈਲ ਕੋਈ ਕੱਢਿਆ ਗਿਆ ਨਾ, ਸਭ ਤੋਂ ਸਿਰੇ ਦਾ ਜਰਨੈਲ ਤੇ ਉਹ ਸਰਦਾਰ ਹਰੀ ਸਿੰਘ ਨਲੂਆ ਹੈ। ਸਾਨੂੰ ਇਹ ਮਾਣ ਹੋਣਾ ਚਾਹੀਦਾ ਹੈ। ਔਰ ਅਮਰੀਕਾ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਦੀ ਉਹਨਾਂ ਨੇ ਮੂਰਤੀ ਬਣਾਈ ਹੈ ਵੀ ਆਇਆ ਦੁਨੀਆ ਦਾ ਮਹਾਨ ਜਰਨੈਲ, ਦੁਨੀਆ ਦਾ, ਇੱਕ ਹੁੰਦਾ ਸਿੱਖ ਪੰਥ ਦਾ, ਦੁਨੀਆ ਦਾ ਮਹਾਨ ਜਰਨੈਲ ਹੈ। ਸਾਡੀ ਜਦੋਂ ਇਹ ਗੱਲ ਕਰਦੇ ਆ ਨਾ, ਛਾਤੀ ਗਰਭ ਦੇ ਨਾਲ ਚੌੜੀ ਹੋ ਜਾਂਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਮਾਲਕ ਰਹਿਮਤ ਕਰਨ। ਮੇਰਾ ਜੀ ਕਰਦਾ ਸੀ ਸਿੱਖ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦੇ ਨਾਲ ਅਗਲਾ ਆਪ ਜੀ ਨੂੰ ਇਹ ਵੀ ਇਤਿਹਾਸ ਸਰਵਣ ਕਰਾਇਆ ਜਾਵੇ। ਸੋ ਸਮਾਂ ਕੁਝ ਜ਼ਿਆਦਾ ਲੈ ਗਿਆ ਹੈ, ਇਹਦੇ ਵਾਸਤੇ ਆਪ ਸਾਰੀਆਂ ਸੰਗਤਾਂ ਤੋਂ ਮੈਂ ਮਾਫੀ ਚਾਹੁੰਦਾ। ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਆ ਜੇ। ਹੋਈਆਂ ਭੁੱਲਾਂ ਲਈ ਮੁਆਫੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।